किताब विपरन की रीत तो सच दा मार्ग भाग दूजा। लेखक सरदार गुरबख्श सिंह जी काला अफगाना। तीजे कांड दा 9वां भाग मनमुख दी मंग, 10वां भाग किरत कमाई ਅਤੇ 11ਵਾਂ ਭਾਗ ਭਗਤਾਂ ਦੀ ਮੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਮੁਖ ਦੀ ਮੰਗ। ਸਤਿਗੁਰਾਂ ਦਾ ਫਰਮਾਨ ਹੈ ਕਿ ਜਿਹੜੇ ਮਨੁੱਖ ਗੁਰੂ ਦੀ ਸਿੱਖਿਆ ਅਨੁਸਾਰ ਚੱਲ ਕੇ ਪ੍ਰਭੂ ਨਾਲ ਪਿਆਰ ਪਾ ਲੈਂਦੇ ਹਨ, ਉਹ ਸਭ ਕਾਸੇ ਦੇ ਮਾਲਕ ਬਣ ਕੇ ਸੰਸਾਰ ਦੀ ਸੋਭਾ ਖੱਟਦੇ ਹਨ। ਪਰ ਜਿਹੜੇ ਪ੍ਰਭੂ ਦੀ ਬਖਸ਼ਿਸ਼ ਤੋਂ ਵਾਂਝੇ ਰਹਿੰਦੇ ਹਨ, ਉਹ ਪ੍ਰਭੂ ਤੋਂ ਮਿਲਦੀਆਂ ਪਦਾਰਥ ਦਾਤਾਂ ਦੇ ਮੋਹ ਵਿੱਚ ਫਸ ਕੇ ਅੰਤ ਦੁਖੀ ਹੁੰਦੇ ਹਨ। ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ, ਜਿਨ ਹਿਰਦੇ ਰਿਹਾ ਸਮਾਏ, ਤਿਨ ਕਾ ਕਿਆ ਸਾਲਾਹਣਾ ਅਵਰ ਸਵਾਲਿਓ ਕਾਏ, ਨਾਨਕ ਨਦਰੀ ਬਾਹਰੇ ਰਾਚੇ ਦਾਨ ਨ ਨਾਏ। ਪੰਨਾ 15। ਅਰਥ, ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿੱਚ ਪ੍ਰਭੂ ਹਰ ਵੇਲੇ ਵਸ ਰਿਹਾ ਹੈ, ਉਹ ਅਕਲ ਵਾਲੇ ਹਨ, ਇੱਜ਼ਤ ਵਾਲੇ ਹਨ ਤੇ ਧਨ ਵਾਲੇ ਹਨ। ਐਸੇ ਭਲੇ ਮਨੁੱਖਾਂ ਦੀ ਸਿਫਤ ਕੀਤੀ ਨਹੀਂ ਜਾ ਸਕਦੀ। ਉਹਨਾਂ ਵਰਗਾ ਸੋਹਣਾ ਹੋਰ ਕੌਣ ਹੈ? ਪਰ ਪ੍ਰਭੂ ਦੀ ਮਿਹਰ ਤੋਂ ਵਾਂਝੇ ਬੰਦੇ ਉਸ ਦੇ ਨਾਮ ਵਿੱਚ ਨਹੀਂ ਜੁੜਦੇ, ਉਸ ਦੇ ਦਿੱਤੇ ਧਨ ਪਦਾਰਥ ਵਿੱਚ ਮਸਤ ਰਹਿੰਦੇ ਹਨ। ਅਗਿਆਨੀ ਮਨੁੱਖ ਭਇਆ ਜੋ ਨਾਹੀ ਸੋ ਲੋਰੈ, ਰੈਣ ਅੰਧਾਰੀ ਕਾਰੀਆ ਕਵਨ ਜੁਗਤ ਜਿਤ ਪੋਰੈ। ਪੰਨਾ 212। ਅਰਥ, ਮਿੱਠੀ ਮਾਇਆ ਦੇ ਮੋਹ ਦੇ ਅਸਰ ਹੇਠ ਮਨੁੱਖ ਆਪਣੀ ਅਕਲ ਗਵਾ ਬੈਠਾ ਹੈ, ਕਿਉਂਕਿ ਜਿਹੜੀ ਸਦਾ ਨਾਲ ਨਿਭਣ ਵਾਲੀ ਨਹੀਂ ਹੈ, ਉਸੇ ਨੂੰ ਭਾਲਦਾ ਹੈ। ਮਨੁੱਖ ਦੇ ਮਨ ਵਿੱਚ ਮਾਇਆ ਦੇ ਮੋਹ ਦੀ ਕਾਲੀ ਹਨੇਰੀ ਰਾਤ ਪਈ ਹੋਈ ਹੈ। ਉਹ ਕਿਹੜਾ ਤਰੀਕਾ ਹੋ ਸਕਦਾ ਹੈ ਜਿਸ ਨਾਲ ਇਸ ਦੇ ਅੰਦਰ ਗਿਆਨ ਦਾ ਦਿਨ ਚੜ੍ਹ ਜਾਏ। ਜਿਨੀ ਨਾਮ ਵਿਸਾਰਿਆ ਦੂਜੇ ਭਰਮ ਭੁਲਾਈ, ਮੂਲ ਛੋੜ ਡਾਲੀ ਲੱਗੇ ਕਿਆ ਪਾਵੇਂ ਛਾਈ। ਬਿਨ ਨਾਵੇਂ ਕਿਉਂ ਛੂਟੀਐ ਜੇ ਜਾਣੇ ਕੋਈ, ਗੁਰਮੁਖ ਹੋਏ ਤਾਂ ਛੂਟੀਐ ਮਨਮੁਖ ਪਤ ਖੋਈ। ਰਹਾਉ। ਪੰਨਾ 420। ਅਰਥ, ਗੁਰੂ ਦੀ ਰਾਹੀਂ ਜੇ ਕੋਈ ਮਨੁੱਖ ਸਮਝ ਲਏ ਤਾਂ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੇ ਨਾਮ ਵਿੱਚ ਜੁੜਨ ਤੋਂ ਬਿਨਾਂ ਮਾਇਆ ਦੇ ਮੋਹ ਤੋਂ ਬਚ ਨਹੀਂ ਸਕੀਦਾ। ਗੁਰੂ ਦੇ ਦੱਸੇ ਰਸਤੇ ਉੱਤੇ ਤੁਰੇ ਹੀ ਮਾਇਆ ਦੇ ਮੋਹ ਤੋਂ ਮਨੁੱਖ ਦੀ ਖਲਾਸੀ ਹੁੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨਮੁਖ ਮਾਇਆ ਮੋਹ ਵਿੱਚ ਫਸ ਕੇ ਆਪਣੀ ਇੱਜ਼ਤ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਗਵਾ ਲੈਂਦਾ ਹੈ। ਰਹਾਉ। ਜਿਨ੍ਹਾਂ ਮਨਮੁੱਖਾਂ ਨੇ ਭਟਕਣਾ ਵਿੱਚ ਪੈ ਕੇ ਸਹੀ ਜੀਵਨ ਰਾਹ ਤੋਂ ਖੁੰਝ ਕੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਜਿਹੜੇ ਬੰਦੇ ਸੰਸਾਰ ਰੁੱਖ ਦੇ ਮੂਲ ਪ੍ਰਭੂ ਨੂੰ ਛੱਡ ਕੇ ਸੰਸਾਰ ਰੁੱਖ ਦੀਆਂ ਡਾਲੀਆਂ ਮਾਇਆ ਦੇ ਪਸਾਰੇ ਵਿੱਚ ਲੱਗ ਗਏ, ਉਹਨਾਂ ਨੂੰ ਆਤਮਿਕ ਜੀਵਨ ਵਿੱਚੋਂ ਕੁਝ ਨਹੀਂ ਮਿਲਦਾ। ਸੇਵਾ ਥੋੜ੍ਹੀ ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿ ਤੋ ਬਹੁਤਾ। ਜੋ ਪ੍ਰੇਮਾਨੇ ਤਿਨ ਕੀ ਰੀਸਾ, ਕੂੜੇ ਮੂਰਖ ਕੀ ਹਾਠੀਸਾ। ਰਹਾਉ। ਪੰਨਾ 738। ਅਰਥ, ਹੇ ਭਾਈ, ਝੂਠੇ ਮੂਰਖ ਮਨੁੱਖ ਦੇ ਹੱਠ ਦੀ ਗੱਲ ਸੁਣ। ਇਹ ਉਹਨਾਂ ਦੀ ਰੀਸ ਕਰਦਾ ਹੈ ਜਿਹੜੇ ਪਿਆਰੇ ਪ੍ਰਭੂ ਦੇ ਦਰ ਤੋਂ ਸਤਿਕਾਰ ਹਾਸਲ ਕਰ ਚੁੱਕੇ ਹਨ। ਰਹਾਉ। ਇਹ ਮੂਰਖ ਕੰਮ ਤਾਂ ਥੋੜ੍ਹਾ ਕਰਦਾ ਹੈ, ਪਰ ਉਸ ਦੇ ਵੱਟੇ ਇਸ ਦੀ ਮੰਗ ਬਹੁਤ ਜ਼ਿਆਦਾ ਹੁੰਦੀ ਹੈ। ਪ੍ਰਭੂ ਦੇ ਚਰਨਾਂ ਤੱਕ ਤਾਂ ਪਹੁੰਚ ਪ੍ਰਾਪਤ ਨਹੀਂ ਕਰ ਸਕਿਆ, ਪਰ ਆਖਦਾ ਹੈ ਕਿ ਮੈਂ ਪ੍ਰਭੂ ਦੀ ਹਜ਼ੂਰੀ ਵਿੱਚ ਪਹੁੰਚਿਆ ਹੋਇਆ ਹਾਂ। ਮੰਗਤੇ ਦੇ ਭੇਖ ਤੋਂ ਗੁਰੂ ਨਾਨਕ ਸਾਹਿਬ ਜੀ ਦਾ ਨਿਆਰਾ ਉਪਦੇਸ਼। ਭਉ ਤੇਰਾ ਭਾਂਗ ਖੱਲੜੀ ਮੇਰਾ ਚੀਤ, ਮੈਂ ਦੇਵਾਨਾ ਭਇਆ ਅਤੀਤ। ਕਰ ਕਾਂਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਤਉ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ। ਰਹਾਉ। ਕੇਸਰ ਕੁਸਮ ਮਿਰਗ ਮੈਂ ਹਰਣਾ, ਸਰਬ ਸਰੀਰੀ ਚੜ੍ਹਨਾ। ਚੰਦਨ ਭਗਤਾਂ ਜੋਤ ਅਨੇਹੀ, ਸਰਬੇ ਪਰਮਲ ਕਰਨਾ। ਘੇ ਪਿਟ ਭਾਂਡਾ ਕਹੇ ਨ ਕੋਏ, ਐਸਾ ਭਗਤ ਵਰਨ ਮੈਂ ਹੋਏ। ਤੇਰੇ ਨਾਮ ਨਿਵੇਂ ਰਹੇ ਲਿਵ ਲਾਏ, ਨਾਨਕ ਤਿਨ ਦਰ ਭੀਖਿਆ ਪਾਈ। ਪੰਨਾ 721। ਅਰਥ, ਹੇ ਪ੍ਰਭੂ, ਮੈਂ ਤੇਰੇ ਦਰ 'ਤੇ ਮੰਗਤਾ ਹਾਂ। ਮੈਂ ਤੇਰੇ ਦੀਦਾਰ ਦੀ ਸਦਾ ਆਵਾਜ਼ ਮੰਗ ਕਰਦਾ ਹਾਂ। ਮੈਨੂੰ ਆਪਣੇ ਦੀਦਾਰ ਦੀ ਖੈਰ ਪਾ। ਰਹਾਉ। ਤੇਰਾ ਡਰ ਅਦਬ ਮੇਰੇ ਵਾਸਤੇ ਭੰਗ ਹੈ। ਮੇਰਾ ਮਨ
ਇਸ ਭੰਗ ਨੂੰ ਸਾਂਭ ਕੇ ਰੱਖਣ ਲਈ ਗੁੱਥੀ ਹੈ। ਤੇਰੇ ਡਰ ਅਦਬ ਦੀ ਭੰਗ ਨਾਲ ਮੈਂ ਨਸ਼ਈ ਤੇ ਵਿਰਕਤ ਹੋ ਗਿਆ ਹਾਂ। ਮੇਰੇ ਦੋਵੇਂ ਹੱਥ ਤੇਰੇ ਦਰ ਤੋਂ ਖੈਰ ਲੈਣ ਵਾਸਤੇ ਪਿਆਲਾ ਹਨ। ਮੇਰੀ ਆਤਮਾ ਨੂੰ ਤੇਰੇ ਦੀਦਾਰ ਦੀ ਭੁੱਖ ਲੱਗੀ ਹੋਈ ਹੈ। ਇਸ ਵਾਸਤੇ ਮੈਂ ਤੇਰੇ ਦਰ 'ਤੇ ਸਦਾ ਦੀਦਾਰ ਦੀ ਮੰਗ ਹੀ ਮੰਗਦਾ ਹਾਂ। ਕੇਸਰ, ਫੁੱਲ, ਕਸਤੂਰੀ ਤੇ ਸੋਨਾ ਇਹਨਾਂ ਦੀ ਭਿੱਟ ਨਹੀਂ ਮੰਨੀ ਜਾਂਦੀ। ਇਹ ਸਭਨਾਂ ਦੇ ਸਰੀਰ 'ਤੇ ਵਰਤੇ ਜਾਂਦੇ ਹਨ। ਚੰਦਨ ਸਭ ਨੂੰ ਸੁਗੰਧੀ ਦਿੰਦਾ ਹੈ। ਅਜਿਹਾ ਹੀ ਸੁਭਾਅ ਤੇਰੇ ਭਗਤਾਂ ਦਾ ਹੈ। ਰੇਸ਼ਮ ਤੇ ਘਿਓ ਦੇ ਭਾਂਡੇ ਬਾਰੇ ਕੋਈ ਮਨੁੱਖ ਪੁੱਛ ਨਹੀਂ ਕਰਦਾ ਕਿ ਇਹਨਾਂ ਨੂੰ ਕਿਸ ਦਾ ਹੱਥ ਲੱਗ ਚੁੱਕਾ ਹੈ। ਹੇ ਪ੍ਰਭੂ, ਤੇਰਾ ਭਗਤ ਵੀ ਅਜਿਹਾ ਹੀ ਹੁੰਦਾ ਹੈ, ਭਾਵੇਂ ਉਹ ਕਿਸੇ ਵੀ ਜਾਤ ਵਿੱਚ ਜੰਮਿਆ ਹੋਵੇ। ਹੇ ਨਾਨਕ, ਪ੍ਰਭੂ ਦੇ ਦਰ 'ਤੇ ਅਰਦਾਸ ਕਰ ਤੇ ਆਖ, ਹੇ ਪ੍ਰਭੂ, ਜੋ ਬੰਦੇ ਤੇਰੇ ਨਾਮ ਵਿੱਚ ਲੀਨ ਰਹਿੰਦੇ ਹਨ, ਲਿਵ ਲਾਈ ਰੱਖਦੇ ਹਨ, ਉਹਨਾਂ ਦੇ ਦਰ 'ਤੇ ਉਹਨਾਂ ਭਗਤ ਜਨਾਂ ਦੀ ਸੰਗਤ ਵਿੱਚ ਰੱਖ ਕੇ ਮੈਨੂੰ ਆਪਣੇ ਦਰਸ਼ਨਾਂ ਦੀ ਖੈਰ ਪਾ। ਜਬ ਭੂਖੋ ਤਬ ਭੋਜਨ ਮੰਗੇ, ਅਗਾਏ ਸੂਖ ਸਗਾਰੈ, ਤਬ ਅਰੋਗ ਜਬ ਤੁਮ ਸੰਗ ਬਸਤੋ, ਛੁਟਕਤ ਹੋਏ ਰਵਾਰੈ। ਪੰਨਾ 1214। ਕਿਸੇ ਪ੍ਰਕਾਰ ਦੇ ਦਾਨ ਦੇ ਵੱਟੇ ਜਾਂ ਕੀਤੀ ਹੋਈ ਕਿਸੇ ਸੇਵਾ ਦੇ ਵੱਟੇ ਸੰਸਾਰਕ ਅਥਵਾ ਮਾਇਕ ਮੰਗਾਂ ਮੰਗਣ ਨੂੰ ਸਤਿਗੁਰਾਂ ਨੇ ਮਨੁੱਖਤਾ ਵਾਸਤੇ ਸਖਤ ਹਾਨੀਕਾਰਕ ਸਮਝਿਆ ਹੈ। ਮਾਇਕ ਪਦਾਰਥਾਂ ਦੀ ਮੰਗ ਕਰਨ ਦੇ ਥਾਂ ਪਰਮਾਤਮਾ ਦੇ ਨਾਮ ਦੀ ਮੰਗ ਕਰਨ ਦੀ ਸਿੱਖਿਆ ਵਾਲੇ 1, 2 ਜਾਂ 10, 12 ਸ਼ਬਦ ਨਹੀਂ, ਸਗੋਂ ਸੈਂਕੜੇ ਸ਼ਬਦ ਲਿਖਣ ਦੀ, ਸਤਿਗੁਰਾਂ ਦੀ ਮਹਾਨ ਖੇਚਲ ਦੀ ਕੋਈ ਕਦਰ ਕੀਮਤ ਨਾ ਸਮਝਣੀ ਅਤੇ ਆਪਣੀ ਮੱਤ ਨੂੰ ਉੱਤਮ ਸਮਝ ਕੇ ਨਾਮ ਪਦਾਰਥ ਦੇ ਥਾਂ ਮਾਇਕ ਪਦਾਰਥਾਂ ਦੀ ਮੰਗ ਕਰੀ ਜਾਣੀ ਸਿੱਖੀ ਤੋਂ ਬੇਮੁਖਤਾ ਹੈ। ਆਓ ਗੁਰੂ ਦੇ ਹੁਕਮ ਵਿੱਚ ਰਹਿਣ ਦੀ ਜਾਚ ਸਿੱਖੀਏ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਹੇ ਦਮੋਦਰ ਦਿਆਲ ਸੁਆਮੀ, ਸਰਬਸ ਸੰਤ ਜਨਾ ਧਨ ਮਾਲ, ਨਾਨਕ ਜਾਚਕ ਦਰਸ਼ ਪ੍ਰਭ ਮੰਗੈ, ਸੰਤ ਜਨਾ ਕੀ ਮਿਲੇ ਰਵਾਲ। ਪੰਨਾ 824। ਭਾਗ 10ਵਾਂ ਕਿਰਤ ਕਮਾਈ। ਗੁਰਸਿੱਖੀ ਦੇ 3 ਵਿਸ਼ੇਸ਼ ਸਿਧਾਂਤ ਹਨ: ਨਾਮ, ਦਾਨ, ਇਸ਼ਨਾਨ। ਮਨੁੱਖਤਾ ਦਾ ਸਿਰ ਉੱਚਾ ਕਰ ਦੇਣ ਵਾਲੇ ਇਹਨਾਂ ਤਿੰਨਾਂ ਅਮੋਲਕ ਸਿਧਾਂਤਾਂ ਦੇ ਅਰਥ ਵੀ ਬ੍ਰਾਹਮਣੀ ਚੇਲਿਆਂ ਨੇ ਵਿਗਾੜ ਕੇ ਇਹਨਾਂ ਨੂੰ ਬ੍ਰਾਹਮਣੀ ਕਰਮਕਾਂਡ ਵਾਲਾ ਰੰਗ ਚਾੜ੍ਹ ਦਿੱਤਾ ਹੋਇਆ ਹੈ। ਪ੍ਰਭੂ ਦੀਆਂ ਵਡਿਆਈਆਂ ਦੀ ਵਿਚਾਰ ਤੋਂ ਉਪਜੇ ਪ੍ਰਭੂ ਨਾਲ ਬਣੇ ਪਿਆਰ ਦੇ ਕਾਰਨ ਹਿਰਦੇ ਵਿੱਚ ਉਸ ਦੀ ਸਦੀਵੀ ਯਾਦ ਅਥਵਾ ਸਿਮਰਨ ਨੂੰ ਗੁਰਮਤਿ ਨੇ ਨਾਮ ਕਿਹਾ ਹੈ। ਸਿੱਖੀ ਦਾ ਦੂਜਾ ਸਿਧਾਂਤ ਦਾਨ ਹੈ। ਇਸ ਦਾ ਅਰਥ ਹੈ ਕਿ ਪੁਰਸ਼ਾਰਥੀ ਹੋ ਕੇ ਕਿਰਤ ਕਰਨੀ। ਧਰਮ ਕਿਰਤ ਦੀ ਗੁਰਮਤਿ ਵਿੱਚ ਬੜੀ ਭਾਰੀ ਮਹਿਮਾ ਹੈ। ਕਿਰਤੀ ਆਦਮੀ ਕਿਸੇ ਕੋਲੋਂ ਮੰਗ ਕੇ ਖਾਣ ਦੇ ਉਗਰ ਪਾਪ ਤੋਂ ਬਚ ਰਹਿੰਦਾ ਹੈ। ਤੀਸਰਾ ਸਿਧਾਂਤ ਇਸ਼ਨਾਨ ਹੈ। ਸਤ ਸੰਗਤ ਵਿੱਚ ਗੁਰੂ ਸ਼ਬਦ ਦੀ ਵਿਚਾਰ ਨਾਲ ਆਤਮਾ ਤੋਂ ਵਿਕਾਰਾਂ ਦੀ ਮੈਲ ਲਾ ਕੇ ਹਿਰਦੇ ਨੂੰ ਪਰਮਾਤਮਾ ਦੇ ਵਾਸ ਲਈ ਪਵਿੱਤਰ ਕਰੀ ਰੱਖਣ ਦਾ ਨਾਮ ਇਸ਼ਨਾਨ ਹੈ। ਮੰਗਣ ਦੀ ਲਾਹਨਤ ਤੋਂ ਤੌਬਾ ਕਰਕੇ ਧਰਮ ਦੀ ਕਿਰਤ ਵਿੱਚੋਂ ਲੋੜਵੰਦਾਂ ਦੀ ਨਿਸ਼ਕਾਮ ਸਹਾਇਤਾ ਕਰਨੀ ਅਤੇ ਗੁਰਮਤਿ ਪ੍ਰਚਾਰ ਅਥਵਾ ਗੁਰੂ ਸ਼ਬਦ ਦੇ ਗਿਆਨ ਦੇ ਪ੍ਰਚਾਰ ਲਈ ਕਮਾਈ ਦਾ 10ਵਾਂ ਹਿੱਸਾ ਜ਼ਰੂਰੀ ਖਰਚ ਕਰਨਾ ਦਾਨ ਹੈ। ਗੁਰਮਤਿ ਦਾ ਗਿਆਨ ਵੰਡਣਾ ਅਥਵਾ ਆਪ ਜਪੇ ਅਵਰਾ ਨਾਮ ਜਪਾਵੇ। ਪੰਨਾ 1206। ਦਾਨ ਦਾ ਵਿਸ਼ੇਸ਼ ਰੂਪ ਹੈ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਪੰਨਾ 8। ਭਾਵੇਂ ਜਗਤ ਇੱਕ ਰੰਗ ਭੂਮੀ ਹੈ ਜਿਸ ਵਿੱਚ ਜੀਵ ਆਪੋ ਆਪਣੀ ਖੇਡ ਖੇਡ ਰਹੇ ਹਨ। ਹਰੇਕ ਜੀਵ ਦੀ ਖੇਡ ਦੀ ਪੜਤਾਲ ਬੜੇ ਗੌਰ ਨਾਲ ਹੋ ਰਹੀ ਹੈ। ਜੋ ਨਿਰੀ ਮਾਇਆ ਦੀ ਖੇਡ ਹੀ ਖੇਡ ਰਹੇ ਹਨ ਉਹ ਪ੍ਰਭੂ ਤੋਂ ਵਿੱਥ ਪਾਈ ਗਏ, ਪਰ ਜਿਨ੍ਹਾਂ ਨੇ ਸਿਮਰਨ ਦੀ ਖੇਡ ਖੇਡੀ ਉਹ ਆਪਣੀ ਮਿਹਨਤ ਸਫਲੀ ਕਰ ਗਏ ਅਤੇ ਹੋਰ ਕਈ ਜੀਵਾਂ ਨੂੰ ਇਸ ਸੁਚੱਜੇ ਰਾਹ 'ਤੇ ਪਾਉਂਦੇ ਹੋਏ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖਰੂ ਹੋਏ। ਗੁਰੂ ਨਾਨਕ ਜੀ ਸੁਚੱਜੀ ਜੁਗਤ ਦਾ ਜੀਵਨ ਗੁਜ਼ਾਰਨ ਵਾਸਤੇ ਵਡਮੁੱਲਾ ਉਪਦੇਸ਼ ਦਿੰਦੇ ਹੋਏ ਫਰਮਾਨ ਕਰਦੇ ਹਨ: ਸੇਵ ਕੀਤੀ ਸੰਤੋਖਈ, ਜਿਨੀ ਸੱਚੋ ਸੱਚ ਧਿਆਇਆ, ਉਨੀ ਮੰਦੇ ਪੈਰ ਨ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ, ਉਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ, ਨਿਤ ਦੇਵੇਂ ਚੜ੍ਹੇ ਸਵਾਇਆ, ਵਡਿਆਈ ਵੱਡਾ ਪਾਇਆ। ਪੰਨਾ 466। ਅਰਥ:
ਜਿਹੜੇ ਸੰਤੋਖੀ ਮਨੁੱਖ ਸਦਾ ਇੱਕ ਅਬਿਨਾਸ਼ੀ ਪ੍ਰਭੂ ਨੂੰ ਸਿਮਰਦੇ ਹਨ, ਪ੍ਰਭੂ ਦੀ ਸੇਵਾ ਉਹੀ ਕਰਦੇ ਹਨ, ਉਹ ਕਦੇ ਮੰਦੇ ਕੰਮ ਦੇ ਨੇੜੇ ਨਹੀਂ ਜਾਂਦੇ, ਭਲਾ ਕੰਮ ਕਰਦੇ ਹਨ ਅਤੇ ਧਰਮ ਅਨੁਸਾਰ ਆਪਣਾ ਜੀਵਨ ਨਿਭਾਉਂਦੇ ਹਨ। ਦੁਨੀਆ ਦੇ ਧੰਦਿਆਂ ਵਿੱਚ ਖਚਤ ਕਰਨ ਵਾਲੇ ਮਾਇਆ ਦੇ ਮੋਹ ਰੂਪੀ ਜੰਜੀਰ ਉਹਨਾਂ ਤੋੜ ਦਿੱਤੇ ਹਨ। ਥੋੜ੍ਹਾ ਖਾਂਦੇ ਹਨ ਅਤੇ ਥੋੜ੍ਹਾ ਹੀ ਪੀਂਦੇ ਹਨ, ਭਾਵ ਖਾਣ ਪੀਣ ਦੇ ਚਸਕੇ ਦੀ ਖਾਤਰ ਨਹੀਂ, ਸਰੀਰਕ ਨਿਰਬਾਹ ਵਾਸਤੇ। हे ਪ੍ਰਭੂ, ਤੂੰ ਬੜੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ, ਸਦਾ ਜੀਵਾਂ ਨੂੰ ਦਾਤਾਂ ਬਖਸ਼ਦਾ ਹੈ। ਇਸ ਤਰ੍ਹਾਂ ਦੀ ਪ੍ਰਭੂ ਦੀ ਸਿਫਤ ਸਲਾਹ ਕਰਕੇ ਉਹ ਸੰਤੋਖੀ ਮਨੁੱਖ ਪ੍ਰਭੂ ਨੂੰ ਪ੍ਰਾਪਤ ਕਰ ਲੈਂਦੇ ਹਨ। ਲੋਕ ਪਰਲੋਕ ਸਵਾਰ ਸਕਣ ਲਈ ਸੰਸਾਰੀ ਜੀਵ ਨੂੰ ਬੜਾ ਅਨਮੋਲ ਉਪਦੇਸ਼ ਦਿੰਦੇ ਹੋਏ ਪੰਚਮ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਉਦਮ ਕਰੇਂਦਿਆਂ ਜਿਉ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਪੰਨਾ 522। ਅਰਥ, ਉਦਮ ਕਰਕੇ ਮਿਹਨਤ ਵਾਲੀ ਕਿਰਤ ਕਮਾਈ ਕਰਨ ਨਾਲ ਸਰੀਰਕ ਲੋੜਾਂ ਪੂਰੀਆਂ ਕਰਨ ਦਾ ਸੁੱਖ ਅਤੇ ਪ੍ਰਭੂ ਦੀ ਭਗਤੀ ਦਾ ਉਦਮ ਕੀਤਿਆਂ ਆਤਮਿਕ ਸੁੱਖ ਮਿਲਦਾ ਹੈ ਅਤੇ ਇਸ ਤਰ੍ਹਾਂ ਮਨੁੱਖਾ ਜੀਵਨ ਹਰ ਪ੍ਰਕਾਰ ਦੀ ਚਿੰਤਾ ਤੋਂ ਰਹਿਤ ਹੋ ਜਾਂਦਾ ਹੈ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਹਾ ਪਛਾਣੇ ਸੇ। ਪੰਨਾ 1245। ਅਰਥ, ਜੋ ਮਨੁੱਖ ਮਿਹਨਤ ਨਾਲ ਕਮਾ ਕੇ ਆਪ ਖਾਂਦਾ ਹੈ ਤੇ ਉਸ ਕਮਾਈ ਵਿੱਚੋਂ ਕੁਝ ਹੋਰਨਾਂ ਲੋੜਵੰਦਾਂ ਨੂੰ ਵੀ ਦਿੰਦਾ ਹੈ, हे ਨਾਨਕ, ਅਜਿਹੇ ਬੰਦੇ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਦੇ ਹਨ। ਨਾਮਾ ਮਾਇਆ ਮੋਹਿਆ, ਕਹੇ ਤਰਲੋਚਨ ਮੀਤ, ਕਾਹੇ ਛੀਪੋ ਛਾਏ ਲੈ, ਰਾਮ ਨ ਲਾਵੋ ਚੀਤ। ਪੰਨਾ 1375। ਭਗਤ ਕਬੀਰ ਜੀ ਨੇ ਤਰਲੋਚਨ ਜੀ ਅਤੇ ਨਾਮਦੇਵ ਜੀ ਵਿੱਚ ਹੋਈ ਗੱਲਬਾਤ ਦਾ ਹਵਾਲਾ ਦੇ ਕੇ ਪਰਮਾਤਮਾ ਦੀ ਭਗਤੀ ਦਾ ਅਤੇ ਜ਼ਿੰਦਗੀ ਦੇ ਨਿਰਵਾਹ ਲਈ ਕਮਾਈ ਕਰਨ ਦਾ ਅਸਲ ਸਿਧਾਂਤ ਸਮਝਾਇਆ ਹੈ। ਅਰਥ, ਤਰਲੋਚਨ ਆਖਦਾ ਹੈ, हे ਮਿੱਤਰ ਨਾਮਦੇਵ, ਤੂੰ ਤਾਂ ਮਾਇਆ ਵਿੱਚ ਫਸਿਆ ਜਾਪਦਾ ਹੈ, ਇਹ ਅੰਬਰੇ ਕਿਉਂ ਠੇਕ ਰਿਹਾ ਹੈ, ਪਰਮਾਤਮਾ ਦੇ ਚਰਨਾਂ ਨਾਲ ਕਿਉਂ ਚਿੱਤ ਨਹੀਂ ਜੋੜਦਾ। ਅੱਗੋਂ ਨਾਮਦੇਵ ਜੀ ਦਾ ਉੱਤਰ ਹੈ, ਨਾਮਾ ਕਹੇ ਤਿਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਪੰਨਾ 1375। ਅਰਥ, ਨਾਮਦੇਵ ਜੀ ਕਹਿੰਦੇ ਹਨ, हे ਤਰਲੋਚਨ, ਮੂੰਹ ਨਾਲ ਪਰਮਾਤਮਾ ਦਾ ਨਾਮ ਲੈ, ਹੱਥ ਪੈਰ ਵਰਤ ਕੇ ਸਾਰਾ ਕੰਮ ਕਾਜ ਕਰ ਅਤੇ ਆਪਣਾ ਚਿੱਤ ਮਾਇਆ ਰਹਿਤ ਪਰਮਾਤਮਾ ਨਾਲ ਜੋੜ। ਅਹਰਖ ਵਾਦ ਨ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਰਹਾਉ। ਪੰਨਾ 479। ਅਰਥ, हे ਮਨ, ਲੋਕਾਂ ਦਾ ਧਨ ਦੌਲਤ ਵੇਖ ਕੇ ਈਰਖਾ, ਅਹਰਖ ਤੇ ਝਗੜਾਵਾਦ ਕਿਉਂ ਕਰਦਾ ਹੈ। ਨੇਕ ਕਮਾਈ ਸੁਕ੍ਰਿਤ ਕਰੀ ਜਾ ਤੇ ਤੂੰ ਵੀ ਇਸੇ ਤਰ੍ਹਾਂ ਦੇ ਸੁੱਖ ਹਾਸਲ ਕਰ ਲੈ। ਰਹਾਉ। ਭਾਗ ਉਦਮ ਲਬਧਿਅੰ ਮਾਇਆ, ਨਾਨਕ ਸਾਧ ਸੰਗ ਖਲ ਪੰਡਤਾ। ਪੰਨਾ 1356। ਅਰਥ, ਆਪਣੇ ਹੀ ਬਣਾਏ ਸੰਸਕਾਰਾਂ ਰੂਪੀ ਪੂਰਬਲੇ ਭਾਗਾਂ ਅਨੁਸਾਰ ਉਦਮ ਕੀਤਿਆਂ ਮਾਇਆ ਮਿਲਦੀ ਹੈ। ਸਤ ਸੰਗਤ ਵਿੱਚ ਆ ਕੇ ਮੂਰਖ ਵੀ ਵਿਦਵਾਨ ਬਣ ਜਾਂਦਾ ਹੈ, ਭਾਵ ਜ਼ਿੰਦਗੀ ਦੇ ਇਸ ਭੇਦ ਨੂੰ ਸਮਝ ਜਾਂਦਾ ਹੈ ਅਤੇ ਮੰਗਣ ਦੀ ਆਦਤ ਤੋਂ ਬਚਿਆ ਰਹਿੰਦਾ ਹੈ। ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੈ, ਵੇਦ ਸ਼ਾਸਤਰ ਕੋ ਤਰਕਨ ਲਾਗਾ, ਤਤ ਜੋਗ ਨਾ ਪਛਾਨੈ। ਪੰਨਾ 381। ਹੱਥੀਂ ਕਾਰ ਕਮਾਵਣੀ, ਪੈਰੀ ਚੱਲ ਸਤ ਸੰਗ ਮਲੇਹੀ, ਕਿਰਤ ਵਿਰਤ ਕਰ ਧਰਮ ਦੀ, ਖਟ ਖਵਾਲਣ ਭਾਏ ਕਰੇਹੀ। ਭਾਈ ਗੁਰਦਾਸ। 10 ਨਖ ਕਰ ਜੋ ਕਾਰ ਕਮਾਵੇ, ਤਾਂ ਕਰ ਜੋ ਧਨ ਘਰ ਮੈਂ ਆਵੇ, ਤਿਸ ਤੇ ਗੁਰੂ ਦਸੌਂਦ ਜੋ ਦੇਈ, ਸਿੰਘ ਸੁਜਸ ਬਹੁ ਜਗ ਮੈਂ ਲਈ। ਰਹਿਤਨਾਮਾ ਭਾਈ ਦੇਸਾ ਜੀ। ਭਾਗ 11ਵਾਂ। ਭਗਤਾਂ ਦੀ ਮੰਗ। ਕਈ ਵਾਰੀ ਗੁਰੂ ਕੇ ਸਿੱਖ ਵੀ ਇਹ ਸ਼ੰਕਾ ਪ੍ਰਗਟ ਕਰ ਰਹੇ ਹੁੰਦੇ ਹਨ ਕਿ ਜਦ ਗੁਰਮਤਿ ਦਾ ਪੱਕਾ ਸਿਧਾਂਤ ਇਹ ਹੈ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਪੰਨਾ 958। ਭਾਵ, ਪ੍ਰਭੂ ਦੇ ਨਾਮ ਤੋਂ ਬਿਨਾਂ ਕਿਸੇ ਨਾਸ਼ਵੰਤ ਪਦਾਰਥ ਦੀ ਮੰਗ ਵੱਡੇ ਦੁੱਖਾਂ ਦਾ ਕਾਰਨ ਬਣਦੀ ਹੈ। ਪ੍ਰਭੂ ਅੱਗੇ ਇਹੋ ਅਰਦਾਸ ਕਰਨੀ ਚਾਹੀਦੀ ਹੈ ਕਿ ਉਹ ਆਪਣੇ ਨਾਮ ਦੀ ਦਾਤ ਬਖਸ਼ਣ ਦੀ ਮਿਹਰ ਕਰੇ, ਤਾਂ ਜੋ ਨਾਮ ਦੀ ਬਰਕਤ ਨਾਲ ਸਾਡੇ ਮਨ ਦੀਆਂ ਸਾਰੀਆਂ ਭੁੱਖਾਂ ਦਾ ਖਾਤਮਾ ਹੋ ਜਾਵੇ ਅਤੇ ਸੰਤੋਖ ਆ ਜਾਣ ਨਾਲ
ਮਨ ਦੀ ਭਟਕਣਾ ਮੁੱਕ ਜਾਏ। ਫਿਰ ਕੀ ਭੇਦ ਹੈ ਕਿ ਗੁਰਬਾਣੀ ਵਿੱਚ ਭਗਤ ਕਬੀਰ ਜੀ, ਭਗਤ ਧੰਨਾ ਜੀ ਦੇ ਅਜਿਹੇ ਸ਼ਬਦ ਵੀ ਹਨ ਜਿਨ੍ਹਾਂ ਵਿੱਚ ਨਾਸ਼ਵੰਤ ਪਦਾਰਥਾਂ ਦੀ ਮੰਗ ਕੀਤੀ ਹੋਈ ਹੈ। ਭਗਤਾਂ ਦੀ ਲਗਭਗ ਸਾਰੀ ਬਾਣੀ ਦੀ ਪਰਖ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪ ਕੀਤੀ ਸੀ। ਜਿਹੜੀ ਬਾਣੀ ਉਹਨਾਂ ਦੇ ਆਸ਼ੇ ਦੇ ਅਨੁਕੂਲ ਸੀ, ਉਹ ਸਤਿਗੁਰਾਂ ਨੇ ਆਪਣੇ ਹੱਥੀਂ ਇਕੱਤਰ ਕਰਕੇ ਸਾਂਭੀ ਹੋਈ ਸੀ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਪਾਤਸ਼ਾਹ ਜੀ ਤੱਕ ਗੁਰੂ ਸਾਹਿਬਾਨ ਨੇ ਹੋਰ ਵੀ ਬਹੁਤ ਬਾਣੀ ਰਚ ਲਈ ਹੋਈ ਸੀ। ਇਹ ਬਾਣੀ ਵੱਖ-ਵੱਖ ਪੋਥੀਆਂ ਵਿੱਚ ਸੀ ਅਤੇ ਪਿਰਥੀ ਚੰਦ ਵਰਗਿਆਂ ਨੇ ਵੀ ਨਾਨਕ ਨਾਮ ਵਰਤ ਕੇ ਕੱਚੀ ਬਾਣੀ ਰਚ ਕੇ ਰਲਾ ਪਾਉਣਾ ਆਰੰਭਿਆ ਹੋਇਆ ਸੀ। ਸੋ ਸਾਰੀ ਬਾਣੀ ਦੀ ਚੰਗੀ ਤਰ੍ਹਾਂ ਪਰਖ ਕਰਕੇ ਗੁਰੂ ਅਰਜਨ ਸਾਹਿਬ ਨੇ ਕੱਚੀ ਬਾਣੀ ਨਾਲੋਂ ਅਸਲ ਗੁਰਬਾਣੀ ਨਖੇੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਢਲੇ ਸਰੂਪ ਪੋਥੀ ਸਾਹਿਬ ਦੇ ਰੂਪ ਵਿੱਚ ਇਕੱਤਰ ਕਰ ਲਈ ਸੀ। ਸੋ ਇਸ ਲਈ ਸਾਨੂੰ ਨਿਸ਼ਚਾ ਹੋਣਾ ਚਾਹੀਦਾ ਹੈ ਕਿ ਬਾਣੀ ਦਾ ਹਰ ਇੱਕ ਅੱਖਰ ਗੁਰਮਤਿ ਦੇ ਆਸ਼ੇ ਦੇ ਐਨ ਅਨੁਕੂਲ ਹੈ। ਇਸ ਲਈ ਸਾਡਾ ਧਰਮ ਬਣਦਾ ਹੈ ਕਿ ਅਸੀਂ ਭਗਤ ਬਾਣੀ, ਜੋ ਸਾਡੇ ਲਈ ਗੁਰੂ ਬਾਣੀ ਹੈ, ਦੇ ਠੀਕ ਅਰਥ ਸਮਝਣ ਦਾ ਯਤਨ ਕਰੀਏ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਕਬੀਰ ਸਾਹਿਬ ਨੇ ਗੁਰਬਾਣੀ ਬਾਰੇ ਆਪ ਹੀ ਫਰਮਾਇਆ ਹੈ, ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਪੰਨਾ 335, ਕਿ ਨਾਸ਼ਵੰਤ ਮਾਇਕ ਪਦਾਰਥਾਂ ਦੀ ਮੰਗ ਨਾ ਕਰਨ ਵਾਲੇ ਆਪਣੇ ਸਿਧਾਂਤ ਦੀ ਖੰਡਨਾ ਕਬੀਰ ਸਾਹਿਬ ਨੇ ਆਪ ਹੀ ਕਰ ਦੇਣੀ ਸੀ। ਕਬੀਰ ਸਾਹਿਬ ਪੂਰਨ ਬ੍ਰਹਮ ਗਿਆਨੀ ਸਨ। ਸੁਖਮਨੀ ਸਾਹਿਬ ਵਿੱਚ ਬ੍ਰਹਮ ਗਿਆਨੀ ਨੂੰ ਪਰਮੇਸ਼ਵਰ ਕਿਹਾ ਹੈ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਪੰਨਾ 273। ਏਡੀ ਉੱਚੀ ਮਾਨਸਿਕ ਅਵਸਥਾ ਵਾਲੇ ਕਬੀਰ ਜੀ ਨੇ ਜਾਂ ਭਗਤ ਧੰਨਾ ਜੀ ਨੇ ਜੇ ਕੋਈ ਮੰਗ ਪ੍ਰਮਾਤਮਾ ਵੱਲੋਂ ਕੀਤੀ ਵੀ ਸੀ ਤਾਂ ਆਟਾ, ਦਾਲ, ਮੰਜੀ, ਘੋੜੀ ਆਦਿ ਵਾਲੀ ਆਪਣੀ ਘਰੋਗੀ ਚਿੰਤਾ ਵਾਲੀ ਨਿੱਜੀ ਮੰਗ ਬਾਣੀ ਦੇ ਰੂਪ ਵਿੱਚ ਲਿਖਣ ਦੀ ਕੋਈ ਮਜਬੂਰੀ ਤਾਂ ਹੈ ਹੀ ਨਹੀਂ ਸੀ। ਸਾਡੀ ਹੀ ਸੋਚ ਵਿੱਚ ਫਰਕ ਹੈ, ਜੋ ਅਸੀਂ ਪ੍ਰਭੂ ਨਾਲ ਅਭੇਦ ਹੋ ਚੁੱਕੇ ਮਹਾਨ ਪੁਰਖਾਂ ਦੀ ਅਸਲ ਰਮਜ ਨਹੀਂ ਸਮਝ ਰਹੇ। ਗੁਰਬਾਣੀ ਦੀ ਹਰ ਇੱਕ ਤੁਕ ਨੂੰ ਜੀਵਨ ਨੂੰ ਉੱਚਾ ਸੁੱਚਾ ਕਰਨ ਵਾਲੀ ਸਦੀਵੀ ਸੇਧ ਮਿਲਦੀ ਹੈ। ਇਹ ਵੀ ਹੋ ਸਕਦਾ ਹੈ ਕਿ ਸਾਡੀ ਆਪਣੀ ਸਮਝ ਵਿੱਚ ਹੀ ਫਰਕ ਹੋਵੇ। ਭਗਤਾਂ ਵੱਲੋਂ ਕੀਤੀ ਹੋਈ ਮਾਇਕ ਪਦਾਰਥਾਂ ਦੀ ਮੰਗ ਦੇ ਪਿੱਛੇ ਵੀ ਜ਼ਰੂਰ ਕਿਸੇ ਉੱਚੇ ਆਦਰਸ਼ ਦੀ ਸਿੱਖਿਆ ਹੋਣੀ ਚਾਹੀਦੀ ਹੈ। ਫਿਰ ਭਗਤਾਂ ਅਥਵਾ ਗੁਰਦੇਵ ਜੀ ਵੱਲੋਂ ਕੀਤੀ ਮਾਇਕ ਪਦਾਰਥਾਂ ਦੀ ਮੰਗ ਦੇ ਪਿੱਛੇ ਲੁਕਿਆ ਹੋਇਆ ਉਹ ਕਿਹੜਾ ਸਿਧਾਂਤ ਹੈ ਜਿਹੜਾ ਉੱਚੇ ਆਦਰਸ਼ ਵਾਲਾ ਜੀਵਨ ਬਣਾਉਣ ਦੀ ਸਿੱਖਿਆ ਜਗਤ ਦੇ ਮਨੁੱਖ ਮਾਤਰ ਨੂੰ ਦੇ ਰਿਹਾ ਹੈ। ਆਪਣੇ ਗੁਰੂ ਭਾਵ ਧੁਰਕੀ ਬਾਣੀ ਪ੍ਰਤੀ ਕਿਸੇ ਪ੍ਰਕਾਰ ਦਾ ਸ਼ੰਕਾ ਸਾਡੇ ਮਨਾਂ ਵਿੱਚ ਪੈਦਾ ਹੀ ਕਿਉਂ ਹੋਵੇ। ਆਓ ਗੁਰੂ ਦੀ ਮੱਤ ਅਨੁਸਾਰ ਉਹਨਾਂ ਸ਼ਬਦਾਂ ਦੀ ਵਿਚਾਰ ਕਰਕੇ ਅਸਲ ਭੇਦ ਨੂੰ ਸਮਝਣ ਦਾ ਯਤਨ ਕਰੀਏ। ਜਿਸ ਪੰਚਮ ਪਾਤਸ਼ਾਹ ਜੀ ਨੇ ਭਗਤਾਂ ਦੀ ਬਾਣੀ ਨੂੰ ਗੁਰੂ ਬਾਣੀ ਦਾ ਹਿੱਸਾ ਬਣਾ ਕੇ ਗੁਰੂ ਨਾਨਕ ਦੀ ਗੱਦੀ ਦਾ ਸਦੀਵੀ ਮਾਲਕ ਬਣਾਇਆ ਹੈ, ਉਸੇ ਪੰਜਵੇਂ ਗੁਰੂ ਨਾਨਕ ਜੀ ਨੇ ਆਪ ਵੀ ਇੱਕ ਸ਼ਬਦ ਵਿੱਚ ਨਾਸ਼ਵੰਤ ਪਦਾਰਥਾਂ ਦੀ ਮੰਗ ਕੀਤੀ ਹੋਈ ਹੈ। ਸੋ ਇਸ ਰਹੱਸ ਨੂੰ ਸਮਝਣ ਲਈ ਗੁਰਬਾਣੀ ਸ਼ਬਦਾਂ ਦੀ ਵਿਚਾਰ ਵਾਸਤੇ ਇਕਾਗਰਤਾ ਅਤੇ ਗੁਰਬਾਣੀ ਪ੍ਰਤੀ ਵਿਸ਼ਵਾਸ ਅਤੇ ਸ਼ਰਧਾ ਦੀ ਲੋੜ ਹੈ। ਗੁਰੂ ਅਰਜਨ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਲਿਖਣ ਤੋਂ ਪਹਿਲਾਂ ਭਗਤਾਂ ਦੇ ਲਿਖੇ ਸ਼ਬਦ ਵਿਚਾਰਦੇ ਹਨ। ਕਬੀਰ ਜੀ ਦਾ ਇਹ ਸ਼ਬਦ ਇਹ ਹੈ, ਭੂਖੇ ਭਗਤ ਨਾ ਕੀਜੈ, ਜੇ ਮਾਲਾ ਆਪਣੀ ਲੀਜੈ, ਹਉ ਮੰਗੋ ਸੰਤਨ ਰੇਨਾ, ਮੈਂ ਨਾਹੀ ਕਿਸੀ ਕਾ ਦੇਨਾ, ਮਾਧੋ ਕੈਸੀ ਬਨੇ ਤੁਮ ਸੰਗੇ, ਆਪ ਨਾ ਦਿਓ ਤਾਂ ਲੇਵੋ ਮੰਗੇ ਰਹਾਓ, ਦੋਏ ਸਿਰ ਮੰਗੋ ਚੂਨਾ, ਪਾਓ ਘਿਓ ਸੰਗ ਲੂਨਾ, ਅੱਧ ਸਿਰ ਮੰਗੂ ਦਾਲੇ, ਮੁਕੋ ਦੋਨੋਂ ਵਖਤ ਜੀਵਾਲੇ, ਖਾਟ ਮੰਗੂ ਚੌਪਾਈ, ਸਿਰਹਾਨਾ ਅਵਰ ਤੁਲਾਈ, ਉਪਰ ਕੋ ਮੰਗੋ ਖੀਂਦਾ, ਤੇਰੀ ਭਗਤ ਕਰੇ ਜਨ ਥੀਂਦਾ, ਮੈਂ ਨਾਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਕਹਿ ਕਬੀਰ ਮਨ ਮਾਨਿਆ ਤਉ ਹਰ ਜਾਣਿਆ। ਸੋਠ ਕਬੀਰ ਜੀ, ਪੰਨਾ 656। ਪਦ ਅਰਥ ਭੂਖੇ, ਰੋਜੀ ਦੀ ਅਥਵਾ ਮਾਇਆ ਆਦਿਕ ਦੀ ਤਾਂਗ ਲੱਗੀ ਰਹਿਣ ਨਾਲ ਨਾ ਕੀਜੈ, ਨਹੀਂ ਕੀਤੀ ਜਾ ਸਕਦੀ। ਜਿਹ ਮਾਲਾ ਆਪਣੀ ਲੀਜੈ, ਹੇ ਪ੍ਰਭੂ ਇਹ ਆਪਣੀ ਮਾਲਾ ਮੈਥੋਂ ਲੈ ਲਓ। ਭਾਵ ਦਿਖਾਵੇ ਵਾਲੀ ਭਗਤੀ ਮੇਰੇ ਕੋਲੋਂ ਨਹੀਂ ਹੋ ਸਕਦੀ। ਪਹਿਲਾਂ ਇਸ ਗੱਲ ਨੂੰ ਸਾਫ਼ ਕਰ ਲਈਏ ਕਿ ਕੀ ਕਬੀਰ ਸਾਹਿਬ ਮਾਲਾ ਨਾਲ ਭਗਤੀ ਕਰਿਆ ਕਰਦੇ ਸਨ?
ਬਿਲਾਵਲ ਰਾਗ ਦੇ ਸ਼ਬਦ ਵਿੱਚ ਵੀ ਕਬੀਰ ਜੀ ਨੇ ਮਾਲਾ ਦਾ ਜ਼ਿਕਰ ਕੀਤਾ ਹੈ। ਹਮਾਰੇ ਕੁਲ ਕੌਨੇ ਰਾਮ ਕਹਿਓ, ਜਬ ਕੀ ਮਾਲਾ ਲਈ ਨੇ ਪੂਤੇ, ਤਬ ਤੇ ਸੁਖ ਨਾ ਪਇਓ ਰਹਾਓ। ਪੰਨਾ 856। ਪਰ ਮਾਲਾ ਬਾਰੇ ਕਬੀਰ ਸਾਹਿਬ ਦੇ ਆਪਣੇ ਖਿਆਲ ਤਾਂ ਇਉਂ ਹਨ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਸ਼ਲੋਕ ਕਬੀਰ ਪੰਨਾ 1364। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੌਣਾ ਜਾਨਾ। ਭੈਰੋਂ ਕਬੀਰ ਪੰਨਾ 1158। ਇਨ੍ਹਾਂ ਪ੍ਰਮਾਣਾਂ ਤੋਂ ਪਤਾ ਲੱਗਦਾ ਹੈ ਕਿ ਕਬੀਰ ਸਾਹਿਬ ਜੀ ਮਾਲਾ ਨੂੰ ਵਿਖਾਵਾ ਸਮਝਦੇ ਸਨ। ਜੀਭ ਉੱਤੇ ਹਰ ਵੇਲੇ ਰਾਮ ਦਾ ਨਾਮ ਟਿਕਿਆ ਰਹਿਣਾ ਹੀ ਉਹਨਾਂ ਦੀ ਮਾਲਾ ਸੀ। ਪਰ ਉੱਪਰਲੇ ਸ਼ਬਦ ਵਿੱਚ ਕਬੀਰ ਜੀ ਪ੍ਰਭੂ ਨੂੰ ਮਾਲਾ ਮੋੜ ਦੇਣ ਦੀ ਗੱਲ ਆਪ ਕਹਿ ਰਹੇ ਹਨ ਅਤੇ ਬਿਲਾਵਲ ਰਾਗ ਵਾਲੇ ਸ਼ਬਦ ਵਿੱਚ ਉਹਨਾਂ ਨੇ ਆਪਣੀ ਮਾਤਾ ਦੇ ਜ਼ਬਾਨੀ ਸ਼ਿਕਾਇਤ ਲਿਖੀ ਹੈ ਕਿ ਜਬ ਕਿ ਮਾਲਾ ਲਈ ਨਿਪੂਤੇ। ਦੋਹੀਂ ਥਾਈਂ ਗਿਲਾ ਸਿੱਧ ਕਰਨ ਦੇ ਸਬੰਧ ਵਿੱਚ ਹੀ ਮਾਲਾ ਦਾ ਅਜਿਹਾ ਜ਼ਿਕਰ ਆਇਆ ਹੈ। ਇਸ ਤੇ ਇਉਂ ਭੁਲੇਖਾ ਪੈਂਦਾ ਹੈ ਕਿ ਕਬੀਰ ਸਾਹਿਬ ਕੋਲ ਮਾਲਾ ਵੀ ਜ਼ਰੂਰ ਹੁੰਦੀ ਸੀ, ਪਰ ਅਜਿਹੇ ਗਿਲੇ ਗੁਜ਼ਾਰੀ ਜੋੜਨ ਤੋਂ ਇਉਂ ਸਿੱਧ ਹੁੰਦਾ ਹੈ ਕਿ ਕਬੀਰ ਸਾਹਿਬ ਨੂੰ ਮਾਲਾ ਪਸੰਦ ਨਹੀਂ ਸੀ। ਲੋਕਾਂ ਵਿੱਚ ਕਈ ਲਫ਼ਜ਼ ਪਿਆਰ ਦਾ ਹਿੱਸਾ ਬਣ ਜਾਂਦੇ ਹਨ ਤੇ ਕਈ ਘਿਰਣਾ ਦਾ। ਕ੍ਰਿਸ਼ਨ ਜੀ ਦੇ ਉਪਾਸ਼ਕ ਲਈ ਬੰਸੀ ਵਾਲਾ, ਕੰਬਲੀ ਵਾਲਾ, ਬਿੰਦਰਾਬਨ ਅਥਵਾ ਰਾਧਾ ਦਿਲ ਨੂੰ ਪਿਆਰੇ ਲੱਗਦੇ ਹਨ। ਪਰ ਬ੍ਰਾਹਮਣ ਸਭ ਤੋਂ ਉੱਚੀ ਜਾਤ ਦਾ ਹੁੰਦਾ ਹੋਇਆ ਵੀ ਜੇ ਸਵੇਰੇ ਕਿਸੇ ਦੇ ਮੱਥੇ ਲੱਗ ਜਾਵੇ ਤਾਂ ਭੈੜਾ ਲੱਛਣ ਸਮਝਿਆ ਜਾਂਦਾ ਹੈ। ਫਿਰ ਜਿਸ ਚੀਜ਼ ਨਾਲ ਦਿਲੋਂ ਪਿਆਰ ਨਾ ਹੋਵੇ ਜਾਂ ਜਿਸ ਤੋਂ ਦਿਲ ਦੁਖੀ ਹੋਵੇ, ਮਨੁੱਖ ਉਸ ਤੋਂ ਪਿੱਛਾ ਛਡਾਉਣ ਦਾ ਹਰ ਸਮੇਂ ਰਾਹ ਲੱਭਦਾ ਹੈ। ਜਿਵੇਂ ਕਿਸੇ ਮੁੰਡੇ ਨੂੰ ਕੇਸ ਚੰਗੇ ਨਾ ਲੱਗਦੇ ਹੋਣ ਤਾਂ ਗੱਲ-ਗੱਲ 'ਤੇ ਸਿਰ ਮੁਨਾ ਦੇਣ ਦਾ ਦਾਬਾ ਘਰਦਿਆਂ ਨੂੰ ਮਾਰਦਾ ਹੈ, ਜਾਂ ਜਿਸ ਨੂੰ ਕਿਰਪਾਨ ਨਾਲ ਪਿਆਰ ਸਤਿਕਾਰ ਨਾ ਰਿਹਾ ਹੋਵੇ ਤਾਂ ਉਹ ਝੱਟ-ਪੱਟ ਕਿਰਪਾਨ ਲਾਹ ਦੇਣ ਦੀ ਗੱਲ ਕਰਦਾ ਹੈ। ਕੁਝ ਚੰਗੀਆਂ ਚੀਜ਼ਾਂ ਨਫ਼ਰਤ ਦੇ ਪ੍ਰਗਟਾਵੇ ਲਈ ਵਰਤੀਆਂ ਜਾਣ ਲੱਗ ਪੈਂਦੀਆਂ ਹਨ। ਜਿਵੇਂ ਕਈ ਵਾਰੀ ਸਕੂਲੇ ਪੜ੍ਹਾਉਂਦੇ ਮਾਸਟਰ ਸਵਾਲ ਦਾ ਉੱਤਰ ਠੀਕ ਨਾ ਦੇ ਸਕਣ ਵਾਲੇ ਵਿਦਿਆਰਥੀ ਨੂੰ ਇਹ ਕਹਿੰਦੇ ਸੁਣੇ ਗਏ ਹਨ, ਤੂੰ ਮੰਦਰ ਵਿੱਚ ਟੱਲ ਹੀ ਖੜਕਾ ਜਾ ਕੇ, ਤੂੰ ਤਾਂ ਬਸ ਗੁਰਦੁਆਰੇ ਢੋਲਕੀ ਹੀ ਵਜਾਇਆ ਕਰ। ਇੱਥੇ ਮੰਦਰ ਦਾ ਟੱਲ ਤੇ ਗੁਰਦੁਆਰੇ ਦੀ ਢੋਲਕੀ ਦੋਵੇਂ ਚੀਜ਼ਾਂ ਹੀ ਮੁਹਾਵਰੇ ਦੇ ਤੌਰ 'ਤੇ ਵਰਤੀਆਂ ਹੋਈਆਂ ਨਫ਼ਰਤ ਦਾ ਪ੍ਰਗਟਾਵਾ ਕਰ ਰਹੀਆਂ ਹਨ। ਸੋ ਜੇ ਮਾਲਾ ਆਪਣੀ ਲੀਜੇ ਦਾ ਅਰਥ ਹੈ ਕਿ ਮੈਨੂੰ ਇਹ ਉੱਪਰੋਂ ਦਿਸਦਾ ਧਾਰਮਿਕ ਕੰਮ ਪਸੰਦ ਨਹੀਂ ਹੈ, ਭੁੱਖ ਹੈ ਭਗਤ ਨਾ ਕੀਜੈ ਜੇ ਮਾਲਾ ਆਪਣੀ ਲੀਜੈ। ਜੇ ਮਨੁੱਖ ਦੀ ਰੋਟੀ ਵੱਲੋਂ ਹੀ ਤ੍ਰਿਸ਼ਨਾ ਨਹੀਂ ਮੁੱਕੀ ਤਾਂ ਉਹ ਪ੍ਰਭੂ ਦੀ ਭਗਤੀ ਨਹੀਂ ਕਰ ਸਕਦਾ। ਅਜਿਹੀ ਭਗਤੀ ਦਿਖਾਵੇ ਦੀ ਹੀ ਰਹਿ ਜਾਂਦੀ ਹੈ ਤੇ ਇਹ ਕਬੀਰ ਜੀ ਨੂੰ ਪਸੰਦ ਨਹੀਂ ਸੀ। ਚੂਨਾ, ਆਟਾ, ਜਿਵਾਲੇ ਜਿਉਂਦਾ ਰੱਖੇ, ਖਾਟ ਮੰਜੀ, ਚੌਪਾਈ, ਚਾਰ ਪਾਵਿਆਂ ਵਾਲੀ, ਸਾਬਤ, ਖੀਂਦਾ ਰਜਾਈ, ਥੀਂਦਾ ਥਿੰਦਾ, ਪ੍ਰੇਮ ਵਿੱਚ ਰਸ ਕੇ, ਲੱਭੋ ਲਾਲਚ, ਮੈਂ ਫੱਬੋ, ਮੈਨੂੰ ਪਸੰਦ ਹੈ, ਜਾਣਿਆ ਸਮਝ ਪਾ ਲਈ। ਅਰਥ, ਹੇ ਪ੍ਰਭੂ, ਤੈਥੋਂ ਸ਼ਰਮ ਕੀਤਿਆਂ ਨਹੀਂ ਨਿਭ ਸਕਣੀ, ਸੋ ਜੇ ਤੂੰ ਆਪ ਨਾ ਦੇਵੇਂਗਾ ਤਾਂ ਮੈਂ ਹੀ ਮੰਗ ਕੇ ਲੈ ਲਵਾਂਗਾ ਰਹਾਓ। ਜੇ ਮਨੁੱਖ ਦੀ ਰੋਟੀ ਵੱਲੋਂ ਤ੍ਰਿਸ਼ਨਾ ਨਹੀਂ ਮੁੱਕੀ ਤਾਂ ਉਹ ਪ੍ਰਭੂ ਦੀ ਭਗਤੀ ਨਹੀਂ ਕਰ ਸਕਦਾ। ਫਿਰ ਉਹ ਭਗਤੀ ਵਿਖਾਵੇ ਦੀ ਹੀ ਰਹਿ ਜਾਂਦੀ ਹੈ। ਹੇ ਪ੍ਰਭੂ, ਇੱਕ ਤਾਂ ਮੈਨੂੰ ਰੋਟੀ ਵੱਲੋਂ ਬੇਫਿਕਰ ਕਰ ਦੇ, ਦੂਜੇ ਮੈਂ ਸੰਤਾਂ ਦੀ ਚਰਨ ਧੂੜ ਮੰਗਦਾ ਹਾਂ ਤਾਂ ਕਿ ਮੈਂ ਕਿਸੇ ਦਾ ਮੁਥਾਜ ਨਾ ਹੋਵਾਂ। ਮੈਨੂੰ 2 ਸੇਰ ਆਟੇ ਦੀ ਲੋੜ ਹੈ, 1 ਪਾਓ ਘਿਓ ਤੇ ਕੁਝ ਲੂਣ ਚਾਹੀਦਾ ਹੈ। ਮੈਂ ਤੈਥੋਂ ਅੱਧ ਸੇਰ ਦਾਲ ਮੰਗਦਾ। ਇਹ ਚੀਜ਼ਾਂ ਮੇਰੇ ਦੋਹਾਂ ਵੇਲਿਆਂ ਦੀ ਗੁਜ਼ਰਾਨ ਲਈ ਕਾਫੀ ਹਨ। ਸਾਬਤ ਮੰਜੀ ਮੰਗਦਾ ਹਾਂ, ਸਿਰਹਾਣਾ ਤੇ ਤਲਾਈ ਵੀ। ਉੱਪਰ ਲੈਣ ਲਈ ਰਜਾਈ ਦੀ ਲੋੜ ਹੈ, ਬਸ। ਫਿਰ ਤੇਰਾ ਭਗਤ ਸਰੀਰਕ ਲੋੜਾਂ ਵੱਲੋਂ ਬੇਫਿਕਰ ਹੋ ਕੇ ਤੇਰੇ ਪ੍ਰੇਮ ਵਿੱਚ ਭਿੱਜ ਕੇ ਤੇਰੀ ਭਗਤੀ ਕਰੇਗਾ। ਕਬੀਰ ਜੀ ਕਹਿੰਦੇ ਹਨ, ਹੇ ਪ੍ਰਭੂ, ਮੈਂ ਮੰਗਣ ਵਿੱਚ ਕੋਈ ਲਾਲਚ ਨਹੀਂ ਕੀਤਾ, ਕਿਉਂਕਿ ਉਹ ਚੀਜ਼ਾਂ ਸਰੀਰਕ ਨਿਰਬਾਹ ਮਾਤਰ ਹਨ। ਅਸਲ ਵਿੱਚ ਤਾਂ ਮੈਨੂੰ ਤੇਰਾ ਨਾਮ ਹੀ ਪਿਆਰਾ ਹੈ। ਮੇਰਾ ਮਨ ਤੇਰੇ ਨਾਮ ਵਿੱਚ ਪਰਚਿਆ ਹੋਇਆ ਹੈ ਤੇ ਜਦੋਂ ਤੋਂ ਪਰਚਿਆ ਹੈ ਤਦੋਂ ਤੋਂ ਤੇਰੇ ਨਾਲ ਮੇਰੀ ਡੂੰਘੀ ਜਾਣ ਪਛਾਣ ਹੋ ਗਈ ਹੈ। ਮਾਲਾ ਫੇਰਨ ਦੀ ਵਿਰੋਧਤਾ ਵਿੱਚ ਲਿਖੇ ਕਬੀਰ ਸਾਹਿਬ ਜੀ ਦੇ ਸ਼ਬਦ ਇਸ ਪ੍ਰਕਾਰ ਹਨ। ਕਬੀਰ ਜਪਨੀ ਕਾਠ ਕੀ, ਕਿਆ ਦਿਖਲਾਵੇਂ ਲੋਏ, ਹਿਰਦੈ ਰਾਮ ਨਾ ਚੇਤਹੀ।
ਇਹ ਜਪਨੀ ਕਿਆ ਹੋਏ। ਪੰਨਾ 1368। ਅਰਥ, ਹੇ ਕਬੀਰ, ਤੂੰ ਤੁਲਸੀ, ਰੁਦਰਾਖ ਆਦਿਕ ਲੱਕੜ ਦੀ ਮਾਲਾ ਹੱਥ ਵਿੱਚ ਲੈ ਕੇ ਕਿਉਂ ਲੋਕਾਂ ਨੂੰ ਵਿਖਾਵਾ ਕਰ ਰਿਹਾ ਹੈ? ਤੂੰ ਆਪਣੇ ਹਿਰਦੇ ਵਿੱਚ ਤਾਂ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਹੱਥ ਵਿੱਚ ਫੜੀ ਹੋਈ ਇਸ ਮਾਲਾ ਦਾ ਕੋਈ ਲਾਭ ਨਹੀਂ ਹੋ ਸਕਦਾ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦ ਸਗਲ ਭਗਤ ਤਾ ਕੋ ਸੁਖ ਬਿਸ਼ਰਾਮ। ਪੰਨਾ 1364। ਅਰਥ, ਹੇ ਕਬੀਰ, ਮੇਰੀ ਜੀਭ ਉੱਤੇ ਰਾਮ ਦਾ ਨਾਮ ਵਸ ਰਿਹਾ ਹੈ। ਇਹੀ ਹੈ ਮੇਰੀ ਮਾਲਾ। ਜਦ ਤੋਂ ਸ੍ਰਿਸ਼ਟੀ ਬਣੀ ਹੈ ਇਹੀ ਨਾਮ ਸਿਮਰਦੇ ਆਏ ਹਨ। ਉਸ ਦਾ ਨਾਮ ਹੀ ਭਗਤਾਂ ਲਈ ਸੁੱਖ ਅਤੇ ਸ਼ਾਂਤੀ ਦਾ ਕਾਰਨ ਹੈ। ਕਬੀਰ ਬੈਸਨੋ ਹੁਆ ਤਾਂ ਕਿਆ ਪਾਇਆ, ਮਾਲਾ ਮਿਲਣੀ ਚਾਰ, ਬਾਹਰ ਕੰਚਨ ਬਹਰਾਂ ਭੀਤਰ ਭਰੀ ਪੰਗਾਰ। ਪੰਨਾ 1372। ਅਰਥ, ਹੇ ਕਬੀਰ, ਜੇ ਕਿਸੇ ਮਨੁੱਖ ਨੇ ਤਿਲਕ ਚੱਕਰ ਲਾ ਕੇ ਅਤੇ ਮਾਲਾ ਪਾ ਕੇ ਆਪਣੇ ਆਪ ਨੂੰ ਵੈਸ਼ਨਵ ਅਖਵਾ ਲਿਆ, ਉਸ ਨੇ ਵੀ ਕੁਝ ਨਹੀਂ ਖਟਿਆ। ਇਸ ਧਾਰਮਿਕ ਭੇਖ ਦੇ ਕਾਰਨ ਬਾਹਰੋਂ ਵੇਖਣ ਨੂੰ ਤਾਂ ਸ਼ੁੱਧ ਸੋਨਾ ਦਿਸੇ, ਪਰ ਉਸ ਦੇ ਅੰਦਰ ਖੋਟ ਹੀ ਖੋਟ ਹੈ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੌਣਾ ਜਾਨਾ। ਪੰਨਾ 1158। ਅਰਥ, ਲੋਕ ਮੱਥੇ ਉੱਤੇ ਤਿਲਕ ਲਾ ਲੈਂਦੇ ਹਨ, ਹੱਥ ਵਿੱਚ ਮਾਲਾ ਫੜ ਲੈਂਦੇ ਹਨ, ਧਾਰਮਿਕ ਪਹਿਰਾਵਾ ਬਣਾ ਲੈਂਦੇ ਹਨ ਤੇ ਸਮਝਦੇ ਹਨ ਕਿ ਪਰਮਾਤਮਾ ਦੇ ਭਗਤ ਬਣ ਗਏ ਹਨ। ਲੋਕਾਂ ਨੇ ਪਰਮਾਤਮਾ ਨੂੰ ਖਿਡਾਉਣਾ ਭਾਵ ਇਆਣਾ ਬਾਲ ਸਮਝ ਲਿਆ ਹੈ ਕਿ ਇੰਨੀ ਗੱਲੀ ਉਸ ਨੂੰ ਪਰਚਾਇਆ ਜਾ ਸਕਦਾ ਹੈ। ਇਹਨਾਂ ਮਹਾਂਵਾਕਾਂ ਤੋਂ ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਕਬੀਰ ਸਾਹਿਬ ਵਿਖਾਵੇ ਵਾਲੀ ਮਾਲਾ ਦੇ ਹੱਕ ਵਿੱਚ ਨਹੀਂ ਸਨ। ਮਾਲਾ ਕਿਉਂਕਿ ਭਗਤੀ ਦਾ ਚਿੰਨ੍ਹ ਬਣ ਚੁੱਕਾ ਸੀ, ਇਸ ਲਈ ਕਬੀਰ ਸਾਹਿਬ ਨੇ ਉਸ ਵਿਖਾਵੇ ਵਾਲੀ ਭਗਤੀ ਨੂੰ ਫਜ਼ੂਲ ਸਮਝਿਆ ਹੈ। ਰੱਬ ਨੂੰ ਉਸ ਦੀ ਮਾਲਾ ਫੜਾਉਣ ਦੀ ਗੱਲ ਕਹਿਣ ਤੋਂ ਕਬੀਰ ਸਾਹਿਬ ਦਾ ਭਾਵ ਇਹੀ ਹੈ ਕਿ ਜਿਸ ਮਨੁੱਖ ਦੇ ਮਨ ਨੂੰ ਸਦਾ ਰੋਜੀ ਕਮਾਉਣ ਦਾ ਹੀ ਫਿਕਰ ਲੱਗਾ ਰਹੇ, ਉਹ ਭਗਤੀ ਕਿਵੇਂ ਕਰ ਸਕਦਾ ਹੈ? ਨਾ ਤਾਂ ਪਰਮਾਤਮਾ ਨੇ ਆਪ ਆ ਕੇ ਕੋਈ ਮਾਲਾ ਕਬੀਰ ਸਾਹਿਬ ਨੂੰ ਦਿੱਤੀ ਸੀ ਅਤੇ ਨਾ ਹੀ ਕਬੀਰ ਸਾਹਿਬ ਨੇ ਕਿਸੇ ਹੱਥਾਂ ਪੈਰਾਂ ਵਾਲੇ ਰੱਬ ਨੂੰ ਕੋਈ ਮਾਲਾ ਫੜਾਈ ਸੀ। ਦੂਜਾ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਕੀ ਕਬੀਰ ਸਾਹਿਬ ਕਮਾਈ ਕਰਕੇ ਖਾਣ ਦੀ ਖੇਚਲ ਤੋਂ ਬਚਣ ਲਈ ਸਭ ਕੁਝ ਪਰਮਾਤਮਾ ਤੋਂ ਮੰਗ ਕੇ ਗੁਜ਼ਾਰਾ ਕਰਨਾ ਚਾਹੁੰਦੇ ਸਨ? ਕੀ ਲੋਕਾਂ ਨੂੰ ਇਹ ਉਪਦੇਸ਼ ਦੇ ਰਹੇ ਸਨ ਕਿ ਕਮਾਈ ਕਰਨ ਦੀ ਬਜਾਏ ਮੇਰੇ ਵਾਂਗ ਰੱਬ ਕੋਲੋਂ ਹੀ ਮੰਗ ਕੇ ਝੱਟ ਟਪਾ ਲਿਆ ਕਰੋ? ਕਿਸੇ ਬ੍ਰਹਮ ਗਿਆਨੀ ਬਾਰੇ ਅਜਿਹਾ ਘਟੀਆ ਵਿਚਾਰ ਮਨ ਵਿੱਚ ਲਿਆਉਣਾ ਪਾਪ ਹੈ। ਪਿੱਛੇ ਆਏ ਗੁਰੂ ਸ਼ਬਦ ਸੁਕ੍ਰਿਤ ਕਰ ਕਰ ਲੀਜੈ ਰੇ ਮਨ ਵਿੱਚ ਕਬੀਰ ਸਾਹਿਬ ਧਰਮ ਦੀ ਕਿਰਤ ਕਰਕੇ ਕਮਾਈ ਕਰਨ ਦਾ ਅੱਜ ਵੀ ਉਪਦੇਸ਼ ਦੇ ਰਹੇ ਹਨ। ਨਾਸ਼ਵੰਤ ਪਦਾਰਥਾਂ ਦੀ ਮੰਗ ਬਾਰੇ ਕਬੀਰ ਸਾਹਿਬ ਦਾ ਵਿਚਾਰ ਇਉਂ ਹੈ, ਕਿਆ ਮੰਗੋ ਕਿਛ ਥਿਰ ਨਾਹੀ, ਰਾਮ ਨਾਮ ਰੱਖ ਮਨ ਮਾਹੀ ਰਹਾਓ। ਪੰਨਾ 692। ਲੋਕ ਤਾਂ ਸੁਰਗਾਂ ਵਿੱਚ ਅੱਪੜ ਸਕਣ ਲਈ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਹਨ, ਪਰ ਕਬੀਰ ਸਾਹਿਬ ਤਾਂ ਕਿਸੇ ਸਵਰਗ ਦੀ ਲਾਲਸਾ ਰੱਖਣ ਦੀ ਥਾਂ ਸਗੋਂ ਇਉਂ ਫਰਮਾਨ ਕਰਦੇ ਹਨ, ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਣ ਨ ਕੱਢਤੇ, ਆਪਣੇ ਗੁਰ ਪ੍ਰਸਾਦੇ। ਪੰਨਾ 969। ਫਿਰ ਕਬੀਰ ਸਾਹਿਬ ਨੇ ਆਪਣੇ ਇਸ ਸ਼ਬਦ ਵਿੱਚ ਆਪਣੀ ਭੁੱਖ ਦਾ ਜ਼ਿਕਰ ਕਰਕੇ ਰੱਬ ਕੋਲੋਂ 2 ਸਿਰ ਆਟਾ, ਪਾਈਆ ਘਿਓ, ਅੱਧ ਸਿਰ ਦਾਲ, ਲੂਣ, ਮੰਜੀ ਸਿਰਹਾਣਾ, ਤਲਾਈ ਰਜ਼ਾਈ ਆਦਿ ਮਾਮੂਲੀ ਚੀਜ਼ਾਂ ਦੀ ਲਿਖਤੀ ਮੰਗ ਕਿਸ ਕਾਰਨ ਕੀਤੀ? ਇਸ ਗੱਲ ਨੂੰ ਸਮਝਣ ਤੋਂ ਪਹਿਲਾਂ ਭਗਤ ਧੰਨਾ ਜੀ ਦਾ ਸ਼ਬਦ ਵੀ ਪੜ੍ਹ ਲਈਏ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰੰਤੇ, ਤਿਨਕੇ ਕਾਜ ਸਵਾਰਤਾ ਰਹਾ। ਦਾਲ ਸੀਧਾ ਮਾਂਗੂ ਕਿਓ, ਹਮਰਾ ਖੁਸ਼ੀ ਕਰੇ ਨਿਤ ਜਿਉ, ਪਨੀਆਂ ਛਾਦਨ ਨੀਕਾ, ਅਨਾਜ ਮੰਗੋ ਸਤ ਸੀਕਾ, ਗਊ ਭੈਂਸ ਮੰਗੋ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਪੰਨਾ 695। ਪਦ ਅਰਥ ਆਰਤਾ, ਆਤੁਰ, ਲੋੜਵੰਦ, ਦੁਖੀਆ, ਮੰਗਤਾ। ਰਹਾਓ। ਸੀਧਾ ਆਟਾ, ਮੰਗੋ ਮੈਂ ਮੰਗਦਾ, ਜਿਉ ਜਿੰਦ, ਪਨੀਆਂ ਜੁੱਤੀ, ਸਾਧਨ ਕੱਪੜਾ, ਨੀਕਾ ਸੋਹਣਾ, ਸੱਤ ਸੀਕਾ 7 ਸੀਆਂ ਵਾਲਾ ਅੰਨ,
ਉਹ ਅੰਨ ਜੋ ਪੈਲੀ ਨੂੰ 7 ਵਾਰੀ ਵਾਹ ਕੇ ਪੈਦਾ ਕੀਤਾ ਗਿਆ ਹੋਵੇ। ਲਾਵੇਰੀ ਦੁੱਧ ਦੇਣ ਵਾਲੀ, ਤਾਜਨ ਅਰਬੀ ਘੋੜੀ, ਗੀਹਨ ਇਸਤਰੀ ਘਰ ਵਾਲੀ, ਮੰਗੀ ਮੰਗ ਕੇ। ਗੁਰਬਾਣੀ ਦੇ ਇਹਨਾਂ ਪਾਵਨ ਸ਼ਬਦਾਂ ਤੋਂ ਜੋ ਸਿੱਖਿਆ ਮਿਲਦੀ ਹੈ ਉਸ ਦਾ ਵੇਰਵਾ ਇਸ ਪ੍ਰਕਾਰ ਹੈ। ਭਾਗੂੜਾ ਕਿਸੇ ਦੂਜੇ ਕੋਲੋਂ ਕਿਸੇ ਲੋੜ ਦੇ ਪੂਰੇ ਹੋ ਜਾਣ ਦਾ ਪੱਕਾ ਭਰੋਸਾ ਤਦ ਹੀ ਹੁੰਦਾ ਹੈ ਜੇ ਉਸ ਨਾਲ ਬੜਾ ਡੂੰਘਾ ਅਤੇ ਸੱਚੇ ਭਰੋਸੇ ਵਾਲਾ ਪਿਆਰ ਬਣਿਆ ਹੋਇਆ ਹੋਵੇ। ਦੋਹਾਂ ਵਿੱਚ ਅਜਿਹੇ ਪਿਆਰ ਵਾਲੀ ਸਾਂਝ ਅਤੇ ਮਾਣ ਤਾਣ ਬਣਿਆ ਹੋਇਆ ਹੋਵੇ ਕਿ ਪਿਆਰੇ ਦੀ ਕੋਈ ਵੀ ਮੰਗ ਮੋੜੀ ਨਾ ਜਾ ਸਕਦੀ ਹੋਵੇ। ਕਬੀਰ ਸਾਹਿਬ ਨੇ ਪਰਮਾਤਮਾ ਨਾਲ ਬਣ ਚੁੱਕੀ ਅਭੇਦਤਾ ਦਾ ਜ਼ਿਕਰ ਹੋਰ ਸ਼ਬਦਾਂ ਵਿੱਚ ਵੀ ਕੀਤਾ ਹੈ, ਜਿਵੇਂ ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਨੀ, ਪੰਨਾ 969। ਵਿਚਾਰ ਅਧੀਨ ਸ਼ਬਦ ਦੀ ਰਹਾਉ ਦੀ ਤੁਕ ਵਿੱਚ ਪਰਮਾਤਮਾ ਦੇ ਨਾਲ ਬਣੇ ਭਰੋਸੇ ਵਾਲੀ ਸਾਂਝ ਦਾ ਵਰਣਨ ਕਰਦਿਆਂ ਕਬੀਰ ਸਾਹਿਬ ਨੇ ਫਰਮਾਇਆ ਹੈ ਕਿ ਮਾਧੋ ਪ੍ਰਭੂ ਨਾਲ ਮੇਰੀ ਪਿਰਤ ਅਜਿਹੀ ਬਣ ਚੁੱਕੀ ਹੈ ਕਿ ਮੈਂ ਝਾਕਾ ਲਾ ਕੇ ਹਰ ਚੀਜ਼ ਮੰਗ ਲੈਂਦਾ ਹਾਂ। ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦੇਹੋ ਤਾਂ ਲੇਵੋ ਮੰਗੇ, ਪੰਨਾ 656। ਕਿੱਡੀ ਮੌਜ ਬਣ ਗਈ ਹੈ। ਹੇ ਈਸ਼ਵਰ, ਜੇ ਕਿਤੇ ਤੂੰ ਆਪ ਕੋਈ ਚੀਜ਼ ਵੀ ਨਾ ਦੇਣੀ ਹੋਵੇ ਤਾਂ ਮੈਂ ਉਹ ਵੀ ਮੰਗ ਲੈਂਦਾ ਹਾਂ ਅਤੇ ਅੱਗੋਂ ਤੂੰ ਇਨਕਾਰ ਕਰ ਹੀ ਨਹੀਂ ਸਕਦਾ। ਇਸੇ ਤਰ੍ਹਾਂ ਭਗਤ ਧੰਨਾ ਜੀ ਨੇ ਸ਼ਬਦ ਦੀ ਪਹਿਲੀ ਤੁਕ ਵਿੱਚ ਹੀ ਇਹ ਸਮਝਾ ਕੇ ਕਿ ਪਰਮਾਤਮਾ ਆਪਣੇ ਪਿਆਰਿਆਂ ਦੇ ਕੰਮ ਸਵਾਰਦਾ ਹੈ, ਪ੍ਰਭੂ ਨਾਲ ਅਜਿਹੇ ਹੀ ਮਾਣ ਤਾਣ ਵਾਲੀ ਸਾਂਝ ਬਣਾ ਲੈਣ ਦੀ ਗੱਲ ਕੀਤੀ ਹੈ। ਦੋਹਾਂ ਸ਼ਬਦਾਂ ਵਿੱਚ ਗੁਰਮਤਿ ਦੇ ਇਸ ਸਿਧਾਂਤ ਨੂੰ ਹੀ ਸਪਸ਼ਟ ਕੀਤਾ ਹੈ ਕਿ ਪਰਮਾਤਮਾ ਨਾਲ ਡੂੰਘੀ ਸਾਂਝ ਬਣਾ ਲੈਣ ਵਾਲੇ ਪ੍ਰਭੂ ਜਨਾਂ ਨੂੰ ਇਹ ਮਾਣ ਪ੍ਰਾਪਤ ਹੋ ਜਾਂਦਾ ਹੈ ਕਿ ਉਹਨਾਂ ਦੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਪੰਨਾ 819। ਇਹਨਾਂ ਸ਼ਬਦਾਂ ਵਿੱਚ ਪਹਿਲਾ ਉਪਦੇਸ਼ ਪ੍ਰੇਮਾ ਭਗਤੀ ਦਾ ਹੈ। ਹਿਰਦੇ ਵਿੱਚ ਸਰਬੱਤ ਵਾਸਤੇ ਪਿਆਰ ਅਤੇ ਸੁਹਿਰਦਤਾ ਵਾਲਾ ਵਤੀਰਾ ਅਤੇ ਮਿੱਠੀ ਬੋਲ ਬਾਣੀ ਹੀ ਪ੍ਰਭੂ ਨਾਲ ਪ੍ਰੇਮਾ ਭਗਤੀ ਹੈ। ਭਾਗ ਐੜਾ ਮਨੁੱਖਾ ਜੀਵਨ ਨੂੰ ਸੁਖਾਵੇਂ ਢੰਗ ਨਾਲ ਬਤੀਤ ਕਰਨ ਲਈ ਸਾਦਗੀ ਵਾਲੀ ਜੀਵਨ ਜੁਗਤ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਨਿਰਬਾਹ ਲਈ ਜ਼ਰੂਰੀ ਵਸਤੂਆਂ ਤੋਂ ਵੱਧਦੀ ਲਾਲਸਾ ਭੁੱਖ ਅਤੇ ਪਾਪਾਂ ਦੇ ਮੂਲ ਲੋਭ ਨੂੰ ਜਨਮ ਦਿੰਦੀ ਹੈ। ਲੱਭ ਪਾਪ ਦੋਏ ਰਾਜਾ ਮਹਿਤਾ, ਪੰਨਾ 468। ਤ੍ਰਿਸ਼ਨਾਲੂ ਮਨੁੱਖ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ, ਕਿਉਂਕਿ ਹੋਰ ਤੋਂ ਹੋਰ ਮਾਇਆ ਦੀ ਪ੍ਰਾਪਤੀ ਵਾਲੀ ਉਸ ਦੀ ਭੁੱਖ ਕਦੇ ਨਹੀਂ ਮਿਟਦੀ। ਤ੍ਰਿਸ਼ਨਾ ਅੰਦਰ ਅਗਨ ਹੈ, ਨਹਿ ਤਿਪਤੇ ਭੁੱਖਾ ਧਿਆਇਆ, ਪੰਨਾ 138। ਭਗਤਾਂ ਦੀ ਮੰਗ ਦੇ ਟਾਕਰੇ 'ਤੇ ਅਸੀਂ ਆਪਣੀ ਭੁੱਖ ਵੱਲ ਨਜ਼ਰ ਮਾਰੀਏ। ਸਾਡੇ ਕੋਲ ਪਹਿਲਾਂ ਕੀ ਹੈ ਅਤੇ ਹੋਰ ਤੋਂ ਹੋਰ ਕੀ ਮੰਗੀ ਜਾ ਰਹੇ ਹਾਂ। ਦੋਹਾਂ ਹੀ ਭਗਤਾਂ ਨੇ ਰੋਜ਼ ਦੇ ਨਿਰਬਾਹ ਲਈ ਦਾਲ ਰੋਟੀ ਅਤੇ ਸੌਣ ਲਈ ਮੰਜੀ ਅਤੇ ਪੈਰੀਂ ਪਾਉਣ ਲਈ ਜੁੱਤੀ ਮੰਗੀ ਹੈ। ਸਾਡੇ ਕੋਲ ਸਵਾਰੀ ਵਾਸਤੇ ਭਾਵੇਂ ਚੰਗੀ ਤੋਂ ਚੰਗੀ ਕਾਰ ਹੋਵੇ, ਸਾਨੂੰ ਸੰਤੋਖ ਨਹੀਂ ਆਉਂਦਾ। ਇੱਧਰ ਜ਼ਿਮੀਂਦਾਰ ਧੰਨਾ ਜੀ ਨੇ ਖੇਤਾਂ ਨੂੰ ਜਾਣ ਲਈ ਸੰਸਾਰ ਦੇ ਰੱਬ ਸ਼ਾਹ ਕੋਲੋਂ ਇੱਕ ਨਰੋਈ ਘੋੜੀ ਮੰਗ ਕੇ ਸਾਨੂੰ ਸਬਰ ਸੰਤੋਖ ਦਾ ਉਪਦੇਸ਼ ਦਿੱਤਾ ਹੈ। ਭਾਗ ਈੜੀ ਕਬੀਰ ਜੀ ਅਥਵਾ ਧੰਨਾ ਜੀ ਦੀ ਭਗਤੀ ਦੀ ਵਾਸ਼ਨਾ ਖਿਲਰੀ ਤਾਂ ਉਹਨਾਂ ਦੇ ਦੁਆਲੇ ਵੀ ਅਜਿਹੇ ਲੋਕ ਆ ਜੁੜੇ ਜਿਨ੍ਹਾਂ ਨੇ ਇਹਨਾਂ ਦੀਆਂ ਕਰਾਮਾਤੀ ਸ਼ਕਤੀਆਂ ਦੁਆਰਾ ਆਪਣੀਆਂ ਮੰਗਾਂ ਪੂਰੀਆਂ ਕਰਵਾਉਣੀਆਂ ਸਨ। ਸਵਾਰਥੀਆਂ ਨੇ ਭਗਤਾਂ ਕੋਲੋਂ ਵਰ ਅਤੇ ਅਸੀਸਾਂ ਦੁਆਰਾ ਪਦਾਰਥਾਂ ਦੀਆਂ ਮੰਗਾਂ ਲਈ ਬੇਨਤੀਆਂ ਕਰਨੀਆਂ ਆਰੰਭ ਕਰ ਦਿੱਤੀਆਂ। ਸੱਚ ਨਾਲ ਜੁੜ ਚੁੱਕੇ ਸੱਚ ਬੋਲਣ ਵਾਲੇ ਭਗਤਾਂ ਨੇ ਲੋਕਾਂ ਨੂੰ ਸੱਚ ਦਾ ਉਪਦੇਸ਼ ਦਿੰਦਿਆਂ ਕਿਹਾ ਕਿ ਦਾਤਾਂ ਦੇਣ ਵਾਲਾ ਕੇਵਲ ਪਰਮਾਤਮਾ ਹੀ ਹੈ। ਉਹੀ ਸੱਚਾ ਦਾਤਾ ਸਭ ਨੂੰ ਪਦਾਰਥ ਪਹੁੰਚਾਉਂਦਾ ਹੈ। ਅਸੀਂ ਤਾਂ ਆਪ ਉਸ ਦੇ ਦਰ ਦੇ ਸਵਾਲੀ ਹਾਂ। ਦੋਹਾਂ ਸ਼ਬਦਾਂ ਵਿੱਚੋਂ ਤੀਸਰਾ ਵਡਮੁੱਲਾ ਉਪਦੇਸ਼ ਇਹ ਮਿਲ ਰਿਹਾ ਹੈ ਕਿ ਮਨੁੱਖ ਕੋਲੋਂ ਦਾਤਾਂ ਦੀ ਮੰਗ ਕਦੇ ਨਹੀਂ ਕਰਨੀ ਚਾਹੀਦੀ। ਭਾਗ ਸੱਸਾ ਮਾਲਾ ਨਾਲ ਜੁੜੀ ਦਿਖਾਵੇ ਵਾਲੀ ਭਗਤੀ ਦਾ ਜ਼ਿਕਰ ਕਰਕੇ ਭੇਖੀਆਂ ਦੇ ਚਲਾਏ ਧਰਮ ਕਰਮਾਂ 'ਤੇ ਚੋਟ ਮਾਰੀ ਹੈ। ਲੋਕਾਂ ਦੇ ਮਨਾਂ ਵਿੱਚ ਆਪਣੀ ਭਗਤੀ ਦਾ ਫੋਕਾ ਭਰਮ ਪਾ ਕੇ ਉਹਨਾਂ ਨੂੰ ਲੁੱਟਣ ਲਈ ਮਾਲਾ ਫੇਰ ਕੇ ਸਿਮਰਨ ਕਰਨ ਵਾਲੇ ਉਚੇਚੇ ਭਗਤਾਂ ਦੀ ਠੱਗ ਨੀਤੀ ਨੂੰ ਨੰਗਾ ਕਰਨ ਦਾ
ਬੜਾ ਮਿੱਠਾ ਢੰਗ ਵਰਤਿਆ ਹੈ। ਆਪਣੇ ਇਸੇ ਹੀ ਉਪਦੇਸ਼ ਨੂੰ ਚੰਗੀ ਤਰ੍ਹਾਂ ਸਮਝਾ ਦੇਣ ਲਈ ਕਬੀਰ ਸਾਹਿਬ ਨੇ ਫਿਰ ਇਉਂ ਫਰਮਾਨ ਕੀਤਾ, ਗੱਜ ਸਾਢੇ ਤੈ ਤੈ ਧੋਤੀਆਂ, ਤਿਹਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨੇ ਬੱਗ, ਓਏ ਹਰ ਕੇ ਸੰਤ ਨਾ ਆਖੀਐ, ਬਨਾਰਸ ਕੇ ਠੱਗ। ਪੰਨਾ 476। ਨੋਟ: ਕਬੀਰ ਸਾਹਿਬ ਦੇ ਜਿਸ ਸ਼ਬਦ ਦੀ ਇਹ ਤੁਕ ਹੈ, ਉਸ ਪੂਰੇ ਪਾਵਨ ਸ਼ਬਦ ਦੇ ਅਰਥ ਅੱਗੇ ਲਿਖੇ ਹੋਏ ਹਨ। ਭਾਗ ਹਾਹਾ। ਰੁੱਤ ਸਿਰ ਆਪਣੇ ਹੀ ਆਪ ਧਰਤੀ ਵਿੱਚੋਂ ਕਈ ਕੁਝ ਉੱਗ ਪੈਂਦਾ ਹੈ। ਠੀਕ ਰੁੱਤੇ ਜੇ ਇੱਕ ਅੱਧ ਵਾਰ ਹੀ ਧਰਤੀ ਨੂੰ ਵਾਹ ਕੇ ਅਨਾਜ ਦਾ ਬੀਜ ਉਸ ਪੈਲੀ ਦੀ ਮਿੱਟੀ ਵਿੱਚ ਰਲਾ ਦਿੱਤਾ ਜਾਵੇ ਤਾਂ ਵਧੀਆ ਫਸਲ ਤੇ ਭਾਵੇਂ ਨਾ ਹੋ ਸਕੇ, ਪਰ ਖਾਣ ਜੋਗੇ ਦਾਣੇ ਜ਼ਰੂਰ ਹੋ ਜਾਂਦੇ ਹਨ। ਭਗਤ ਧੰਨਾ ਜੀ ਨੇ ਕਿਤੇ ਦੂਰ ਨੇੜੇ ਜਾਣ ਆਉਣ ਲਈ ਘੋੜੀ ਵਧੀਆ ਮੰਗੀ ਅਤੇ ਗ੍ਰਸਤੀ ਜੀਵਨ ਨੂੰ ਸੁਖਾਵਾਂ ਬਣਾ ਸਕਣ ਵਾਲੀ ਇਸਤਰੀ ਵੀ ਚੰਗੀ ਅਥਵਾ ਨੇਕ ਦੀ ਮੰਗ ਕੀਤੀ, ਪਰ ਅਨਾਜ ਵੀ ਵਧੀਆ ਹੀ ਮੰਗਣ ਦੀ ਥਾਂ ਅਨਾਜ ਮੰਗੂ ਸੱਤ ਸੀਕਾ ਕਿਹਾ। ਪੈਲੀ ਨੂੰ ਘੱਟੋ ਘੱਟ 7 ਵਾਰੀ ਵਾਹ ਕੇ ਪੈਦਾ ਕੀਤੇ ਹੋਏ ਅਨਾਜ ਦੀ ਮੰਗ ਕਰਨ ਦਾ ਕਾਰਨ ਕੀ ਹੋ ਸਕਦਾ ਹੈ? ਬਹੁਤੀ ਵਾਰੀ ਵਾਹ ਕੇ ਬੀਜਣ ਨਾਲ ਅਨਾਜ ਖਾਣ ਨੂੰ ਸਵਾਦਲਾ ਤਾਂ ਹੋ ਹੀ ਨਹੀਂ ਸਕਦਾ। ਨਾ ਹੀ ਅਜਿਹੇ ਅਨਾਜ ਵਿੱਚ ਕੋਈ ਉਚੋਚੇ ਤੱਤ ਆ ਜਾਂਦੇ ਹਨ ਜਿਹੜੇ ਮਨੁੱਖਾ ਸਰੀਰ ਦੀ ਅਰੋਗਤਾ ਲਈ ਲਾਹੇਵੰਦ ਹੋਣ। ਧਰਤੀ ਨੂੰ ਬਹੁਤੀ ਵਾਰੀ ਵਾਹ ਸਵਾਰ ਕੇ ਬੀਜਣ ਨਾਲ ਕੇਵਲ ਆਮਦਨ ਵੱਧ ਹੋ ਸਕਣ ਦੀ ਸੰਭਾਵਨਾ ਹੀ ਵੱਧਦੀ ਹੈ। ਸਾਫ਼ ਸਿੱਧ ਹੈ ਕਿ ਭਗਤ ਜੀ ਨੇ ਮਿਹਨਤ ਦੀ ਕਮਾਈ ਦੀ ਸ਼ਕਤੀ ਦੀ ਮੰਗ ਕਰਕੇ ਘਾਲ ਖਾਏ ਦਾ ਉਪਦੇਸ਼ ਦਿੱਤਾ ਹੈ। ਇਸ ਤਰ੍ਹਾਂ ਹੀ ਪੰਚਮ ਪਾਤਸ਼ਾਹ ਜੀ ਨੇ ਵੀ ਪਰਮਾਤਮਾ ਨਾਲ ਡੂੰਘੀ ਸਾਂਝ ਬਣਾ ਕੇ ਉਸ ਦਾ ਜਨ ਬਣਨ ਦਾ ਅਤੇ ਸਿਰਫ ਉਸ ਨੂੰ ਦਾਤਾਰ ਮੰਨਣ ਦਾ ਉਪਦੇਸ਼ ਦੇਣ ਲਈ ਇਹ ਸ਼ਬਦ ਉਚਾਰਿਆ, ਜਨ ਕੋ ਪ੍ਰਭ ਸੰਗੇ ਅਸਨੇਹ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇ ਰਹਾਉ। ਮਾਨ ਮੰਗੋ ਤਾਨ ਮੰਗੋ, ਧਨ ਲਖਮੀ ਸੁਤ ਦੇਹ, ਮੁਕਤ ਜੁਗਤ ਭੁਗਤ ਪੂਰਨ, ਪਰਮਾਨੰਦ ਪਰਮ ਨਿਧਾਨ, ਭੈ ਭਾਏ ਭਗਤ ਨਿਹਾਲ ਨਾਨਕ, ਸਦਾ ਸਦਾ ਕੁਰਬਾਨ। ਪੰਨਾ 1307। ਅਰਥ: ਮੈਨੂੰ ਪ੍ਰਭੂ ਦੇ ਜਨ ਅਥਵਾ ਸੇਵਕ ਨੂੰ ਉਸ ਦਾਤਾਰ ਨਾਲ ਸਦਾ ਲਈ ਅਸਨੇਹ ਪ੍ਰੇਮ ਪਿਆਰ ਹੈ। ਹੇ ਪ੍ਰਭੂ, ਤੂੰ ਮੇਰਾ ਅਜਿਹਾ ਸੱਜਣ ਮਿੱਤਰ ਹੈ ਜਿਸ ਦੇ ਘਰ ਵਿੱਚ ਸਭ ਕੁਝ ਹੈ। ਹੇ ਪਰਮਾਤਮਾ, ਮੈਂ ਤੇਰੇ ਦਰ ਤੋਂ ਅਜਿਹੇ ਤਾਣ ਮੰਗਦਾ ਹਾਂ, ਅਜਿਹੀ ਸਮਰੱਥਾ ਵਾਲੀ ਜੀਵਨ ਜੁਗਤ ਦੀ ਮੰਗ ਕਰਦਾ ਹਾਂ ਜਿਸ ਤੋਂ ਮੈਨੂੰ ਤੇਰੇ ਦਰ 'ਤੇ ਮਾਣ ਇੱਜ਼ਤ ਪ੍ਰਾਪਤ ਹੋ ਸਕੇ। ਤੇਰੀ ਅਜਿਹੀ ਮਿਹਰ ਦਾ ਹੱਥ ਸਦਾ ਮੇਰੇ ਸਿਰ 'ਤੇ ਟਿਕਿਆ ਰਹੇ। ਬਸ ਇਹੀ ਹੈ ਮੇਰੇ ਲਈ ਧਨ ਪਦਾਰਥ, ਲਕਸ਼ਮੀ, ਮਾਇਆ ਪੁੱਤਰ ਅਤੇ ਇਹੀ ਹੈ ਦੇਹ ਭਾਵ ਸਰੀਰਕ ਅਰੋਗਤਾ ਆਦਿ। ਤੇਰੀ ਇਹ ਦਇਆਲਤਾ ਮੇਰੇ ਲਈ ਸੰਸਾਰ ਦੇ ਸਾਰੇ ਪਦਾਰਥ ਹਨ। ਹੇ ਪ੍ਰਭੂ, ਤੂੰ ਹੀ ਮੁਕਤੀ ਦੇਣ ਵਾਲਾ ਭਾਵ ਵਿਕਾਰਾਂ ਤੋਂ ਖਲਾਸੀ ਕਰਾਉਣ ਵਾਲਾ ਤੂੰ ਹੀ ਹੈ। ਤੂੰ ਹੀ ਜਗਤ ਭਾਵ ਗੁਰਮੁਖਾਂ ਵਾਲੇ ਉੱਚੇ ਜੀਵਨ ਦੀ ਜੁਗਤ ਸਿਖਾਉਣ ਵਾਲਾ ਤੂੰ ਹੀ ਹੈ। ਤੂੰ ਹੀ ਭੁਗਤ ਦਾ ਦਾਤਾ ਹੈ ਭਾਵ ਭੋਜਨ ਪਦਾਰਥਾਂ ਦੇ ਦੇਣ ਵਾਲਾ ਤੂੰ ਹੀ ਹੈ। ਤੂੰ ਸਭ ਤੋਂ ਉੱਚੇ ਆਨੰਦ ਦਾ ਖਜ਼ਾਨਾ ਹੈ। ਮੈਂ ਤੈਥੋਂ ਸਦਾ ਹੀ ਸਦਕੇ ਜਾਂਦਾ ਹਾਂ। ਜਿਹੜਾ ਮਨੁੱਖ ਤੇਰੇ ਨਿਰਮਲ ਭੈ ਅਦਬ ਵਿੱਚ ਤੇ ਤੇਰੇ ਪਿਆਰ ਵਿੱਚ ਟਿਕ ਕੇ ਤੇਰੀ ਭਗਤੀ ਕਰਦਾ ਹੈ, ਉਹ ਨਿਹਾਲ ਹੋ ਜਾਂਦਾ ਹੈ। ਨੋਟ: ਤੀਸਰੀ ਪੰਕਤੀ ਵਿੱਚ ਦੇਹ ਦਾ ਅਰਥ ਮੰਗਣਾ ਅਥਵਾ ਮੰਗ ਕਰਨੀ ਸਮਝਣੀ ਭੁੱਲ ਹੈ। ਜੇ ਦੇਹ ਦੀ ਥਾਂ ਗੁਰੂ ਸ਼ਬਦ ਵਿੱਚ ਦੱਦੇ ਨੂੰ ਲਾਂ ਹਾਹੇ ਸਿਹਾਰੀ ਹੁੰਦਾ ਤਾਂ ਸਮਝਿਆ ਜਾ ਸਕਦਾ ਸੀ ਕਿ ਸਤਿਗੁਰਾਂ ਨੇ ਧਨ ਪਦਾਰਥ ਦੀ ਮੰਗ ਕੀਤੀ ਹੈ, ਪਰ ਹਾਹੇ ਨੂੰ ਬਿਨਾਂ ਸਿਹਾਰੀ ਦੇਹ ਦਾ ਅਰਥ ਮਹਾਨ ਕੋਸ਼ ਵਿੱਚ ਵੀ ਮੰਗਣ ਜਾਂ ਕੁਝ ਦੇਣ ਲਈ ਕਹਿਣਾ ਨਹੀਂ ਲਿਖਿਆ। ਉੱਥੇ ਵੀ ਦੱਦੇ ਲਾਵਾਂ ਹਾਹਾ ਦੇਹ ਦਾ ਅਰਥ ਸਰੀਰ ਅਥਵਾ ਪਿੰਡ, ਨਗਰ ਆਦਿ ਹੀ ਲਿਖਿਆ ਹੈ। ਪਹਿਲਾਂ ਪਰਮਾਤਮਾ ਦਾ ਸੱਚਾ ਜਨ ਬਣਨਾ ਹੈ, ਹਿਰਦੇ ਨੂੰ ਉਸ ਦੇ ਪਿਆਰ ਵਿੱਚ ਰੰਗਣਾ ਹੈ ਅਤੇ ਸਦਾ ਉਸ ਦੇ ਭਾਣੇ ਰੂਪੀ ਭੈ ਵਿੱਚ ਟਿਕੇ ਰਹਿਣ ਦਾ ਸੁਭਾਅ ਬਣਾਉਣਾ ਹੈ। ਪਿਆਰ ਦੀ ਡੂੰਘੀ ਸਾਂਝ ਨੇ ਹੀ ਕੋਈ ਮੰਗ ਕਰਨੀ ਹੈ। ਕਿਸੇ ਦਾਨ ਪੁੰਨ ਅਥਵਾ ਕਿਸੇ ਨਾਸ਼ਵੰਤ ਪਦਾਰਥਾਂ ਦੇ ਵੱਟੇ ਉਹੀ ਪਦਾਰਥ ਜਿਨ੍ਹਾਂ ਦੇ ਬਣਾਉਣ ਅਤੇ ਦੇਣ ਵਾਲਾ ਅਸਲ ਮਾਲਕ ਹੈ ਹੀ ਪ੍ਰਭੂ, ਕਿਸੇ ਪ੍ਰਕਾਰ ਦੀ ਕੋਈ ਮੰਗ ਕਦੇ ਵੀ ਨਾ ਕਰਨ ਦਾ ਉਪਦੇਸ਼ ਹੈ। ਨਾਸ਼ਵੰਤ ਪਦਾਰਥਾਂ ਦੀ ਮੰਗ ਬਾਰੇ ਪੰਚਮ ਪਾਤਸ਼ਾਹ ਜੀ ਦੇ ਵਿਚਾਰ
ਚੰਗੀ ਤਰ੍ਹਾਂ ਸਮਝਣ ਲਈ ਉਹਨਾਂ ਦੇ ਹੀ ਉਚਾਰੇ ਹੋਰ ਸ਼ਬਦ ਇਸ ਪ੍ਰਕਾਰ ਹਨ। ਓਹਾ ਪ੍ਰੇਮ ਪਿਰੀ ਰਹਾਓ। ਕਨਿਕ ਮਾਨਿਕ ਗੱਜ ਮੋਤੀਨ ਲਾਲਨ, ਨਾ ਨਹਾ ਨਹੀਂ ਰਾਜ ਨ ਭਾਗ ਨ ਹੁਕਮ ਨ ਸਾਧਨ, ਕਿਛ ਕਿਛ ਨਾ ਚਾਹੀ ਚਰਨਨ ਸ਼ਰਨਨ ਸੰਤਨ ਬੰਦਨ, ਸੁਖੋ ਸੁਖ ਪਾਹੀ ਨਾਨਕ ਤਪਤ ਹਰੀ, ਮਿਲੇ ਪ੍ਰੇਮ ਪਿਰੀ। ਪੰਨਾ 406। ਅਰਥ, ਹੇ ਭਾਈ, ਮੈਨੂੰ ਤਾਂ ਪਿਆਰੇ ਪ੍ਰਭੂ ਦਾ ਬਸ ਪ੍ਰੇਮ ਹੀ ਚਾਹੀਦਾ ਹੈ। ਰਹਾਓ, ਹੇ ਭਾਈ, ਪ੍ਰਭੂ ਦੇ ਪਿਆਰ ਦੇ ਟਾਕਰੇ 'ਤੇ ਸੋਨਾ ਮੋਤੀ, ਵੱਡੇ ਵੱਡੇ ਮੋਤੀ, ਹੀਰੇ ਲਾਲ, ਮੈਨੂੰ ਇਹਨਾਂ ਵਿੱਚੋਂ ਕੋਈ ਵੀ ਚੀਜ਼ ਨਹੀਂ ਚਾਹੀਦੀ। ਹੇ ਭਾਈ, ਪ੍ਰਭੂ ਦੇ ਪਿਆਰ ਦੇ ਥਾਂ ਨਾ ਰਾਜ, ਨਾ ਧਨ ਪਦਾਰਥ, ਨਾ ਹਕੂਮਤ, ਨਾ ਸੁਆਦਲੇ ਖਾਣੇ, ਮੈਨੂੰ ਕਿਸੇ ਚੀਜ਼ ਦੀ ਵੀ ਲੋੜ ਨਹੀਂ। ਸੰਤ ਜਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੀ ਸ਼ਰਨ, ਸੰਤ ਜਨਾਂ ਗੁਰਮੁਖਾਂ ਦੇ ਚਰਨਾਂ 'ਤੇ ਨਮਸਕਾਰ, ਇਸ ਵਿੱਚ ਮੈਂ ਸੁੱਖ ਹੀ ਸੁੱਖ ਅਨੁਭਵ ਕਰਦਾ ਹਾਂ। ਹੇ ਨਾਨਕ, ਜੇ ਪਿਆਰੇ ਪ੍ਰਭੂ ਦਾ ਪ੍ਰੇਮ ਮਿਲ ਜਾਏ ਤਾਂ ਉਹ ਮਨ ਵਿੱਚੋਂ ਤ੍ਰਿਸ਼ਨਾ ਦੀ ਸੜਨ ਦੂਰ ਕਰ ਦਿੰਦਾ ਹੈ। ਬਹੁ ਰੰਗ ਮਾਇਆ ਬਹੁ ਬਿਧ ਪੇਖੀ, ਕਲਮ ਕਾਗਦ ਸਿਆਣ ਭਲੇਖੀ, ਮਹਿਰ ਮਲੂਕ ਹੋਏ ਦੇਖਿਆ ਖਾਨ, ਤਾਤੇ ਨਾਹੀ ਮਨ ਤ੍ਰਿਪਤਾਨ, ਸੋ ਸੁਖ ਮੋਕੋ ਸੰਤ ਬਤਾਵੋ, ਤ੍ਰਿਸ਼ਨਾ ਬੁਝੇ ਮਨ ਤ੍ਰਿਪਤਾਵੋ। ਰਹਾਓ, ਅਸ ਪਵਨ ਹਸਤ ਅਸਵਾਰੀ, ਚੋਆ ਚੰਦਨ ਸੇਜ ਸੁੰਦਰ ਨਾਰੀ, ਨਟ ਨਾਟਕ ਅਖਾਰੇ ਗਾਇਆ, ਤਾਂ ਮੈਂ ਮਨ ਸੰਤੋਖ ਨਾ ਪਾਇਆ, ਤਖਤ ਸਭਾ ਮੰਡਨ ਦੋ ਲੀਚੇ, ਸਗਲ ਮੇਵੇ ਸੁੰਦਰ ਬਾਗੀਚੇ, ਆਖੇੜ ਬਿਰਤ ਰਾਜਨ ਕੀ ਲੀਲਾ, ਮਨ ਨਾ ਸੁਹੇਲਾ ਪਰਪੰਚ ਹੀਲਾ, ਕਰ ਕਿਰਪਾ ਸੰਤਨ ਸੱਚ ਕਹਿਆ, ਸਰਬ ਸੂਖ ਇਹ ਆਨੰਦ ਲਹਿਆ, ਸਾਧ ਸੰਗ ਹਰ ਕੀਰਤਨ ਗਾਈਐ, ਕਹੋ ਨਾਨਕ ਵਡ ਭਾਗੀ ਪਾਈਐ, ਜਾ ਕੈ ਹਰ ਧਨ ਸੋਈ ਸੁਹੇਲਾ, ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ। ਰਹਾਉ ਦੂਜਾ। ਪੰਨਾ 179। ਅਰਥ, ਹੇ ਸੰਤ ਜਨੋ, ਮੈਨੂੰ ਉਹ ਆਤਮਕ ਆਨੰਦ ਦੱਸੋ ਜਿਸ ਨਾਲ ਮੇਰੀ ਮਾਇਆ ਦੀ ਤ੍ਰਿਸ਼ਨਾ ਮਿਟ ਜਾਏ। ਹੇ ਸੰਤ ਜਨੋ, ਮੇਰੇ ਮਨ ਨੂੰ ਸੰਤੋਖੀ ਬਣਾਓ। ਰਹਾਓ, ਮੈਂ ਬਹੁਤ ਰੰਗਾਂ ਵਾਲੀ ਮਾਇਆ ਕਈ ਤਰੀਕਿਆਂ ਨਾਲ ਮੋਹਦੀ ਵੇਖੀ ਹੈ। ਕਾਗਜ਼ ਕਲਮ ਲੈ ਕੇ ਕਈਆਂ ਨੇ ਅਨੇਕ ਵਿਦਵਤਾ ਵਾਲੇ ਲੇਖ ਲਿਖੇ ਹਨ। ਮਾਇਆ ਉਹਨਾਂ ਨੂੰ ਵਿਦਵਤਾ ਦੇ ਰੂਪ ਵਿੱਚ ਮੋਹ ਰਹੀ ਹੈ। ਕਈਆਂ ਨੇ ਚੌਧਰੀ ਸੁਲਤਾਨ ਖਾਨ ਬਣ ਕੇ ਵੇਖ ਲਿਆ ਹੈ। ਇਹਨਾਂ ਨਾਲ ਕਿਸੇ ਦਾ ਮਨ ਤ੍ਰਿਪਤ ਨਹੀਂ ਹੋ ਸਕਿਆ। ਹਾਥੀਆਂ ਦੀ ਤੇ ਹਵਾ ਨਾਲੋਂ ਤੇਜ਼ ਘੋੜਿਆਂ ਦੀ ਸਵਾਰੀ ਕਈਆਂ ਨੇ ਕਰ ਵੇਖੀ ਹੈ। ਅਤਰ ਤੇ ਚੰਦਨ ਵਰਤ ਵੇਖਿਆ ਹੈ। ਸੁੰਦਰ ਇਸਤਰੀ ਦੀ ਸੇਜ ਮਾਣ ਵੇਖੀ ਹੈ। ਰੰਗ ਭੂਮੀ ਵਿੱਚ ਨਟਾਂ ਦੇ ਨਾਟਕ ਵੇਖੇ ਹਨ ਤੇ ਉਹਨਾਂ ਦੇ ਗੀਤ ਗਾਏ ਸੁਣੇ ਹਨ। ਇਹਨਾਂ ਵਿੱਚ ਰੁੱਝ ਕੇ ਵੀ ਕਿਸੇ ਦੇ ਮਨ ਨੇ ਸ਼ਾਂਤੀ ਪ੍ਰਾਪਤ ਨਹੀਂ ਕੀਤੀ। ਰਾਜ ਦਰਬਾਰ ਦੀਆਂ ਸਜਾਵਟਾਂ, ਤਖਤ ਉੱਤੇ ਬੈਠਣਾ, ਦੁਲੀਚੇ, ਸਭ ਕਿਸਮਾਂ ਦੇ ਫਲ, ਸੁੰਦਰ ਫੁਲਵਾੜੀਆਂ, ਸ਼ਿਕਾਰ ਖੇਡਣ ਵਾਲੀ ਰੁਚੀ, ਰਾਜਿਆਂ ਦੀਆਂ ਖੇਡਾਂ, ਇਹਨਾਂ ਸਭਨਾਂ ਨਾਲ ਵੀ ਮਨ ਸੁਖੀ ਕਿਸੇ ਦਾ ਨਹੀਂ ਹੋਇਆ। ਇਹ ਸਾਰਾ ਯਤਨ ਛਲ ਹੀ ਸਾਬਤ ਹੁੰਦਾ ਹੈ। ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚੋਂ ਸੁੱਖ ਭਾਲਦੇ ਜਿਸ ਮਨੁੱਖ ਨੂੰ ਸੰਤਾਂ ਨੇ ਮਿਹਰ ਕਰਕੇ ਸੱਚ ਦੱਸਿਆ ਕਿ ਸਾਧ ਸੰਗਤ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਣੇ ਚਾਹੀਦੇ ਹਨ, ਸਿਰਫ ਇਸੇ ਉਦਮ ਨਾਲ ਹੀ ਸਾਰੇ ਸੁੱਖਾਂ ਦਾ ਮੂਲ ਇਹ ਆਤਮਿਕ ਆਨੰਦ ਮਿਲਦਾ ਹੈ। ਪਰ ਹੇ ਨਾਨਕ, ਸਿਫਤ ਸਲਾਹ ਦੀ ਦਾਤ ਵੱਡੇ ਭਾਗਾਂ ਨਾਲ ਮਿਲਦੀ ਹੈ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਧਨ ਹੈ, ਉਹੀ ਸੌਖਾ ਹੈ। ਸਾਧ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਵਿੱਚ ਮਿਲ ਬੈਠਣਾ ਪਰਮਾਤਮਾ ਦੀ ਕਿਰਪਾ ਨਾਲ ਹੀ ਨਸੀਬ ਹੁੰਦਾ ਹੈ। ਰਹਾਉ ਦੂਜਾ। ਪੰਚਮ ਪਾਤਸ਼ਾਹ ਜੀ ਨਿਰੰਜਨ ਦੇ ਰੂਪ ਹੋਣ ਕਰਕੇ ਮਾਇਆ ਦੀ ਕਾਲਖ ਤੋਂ ਰਹਿਤ ਸਨ। ਸਾਨੂੰ ਹੀ ਸਮਝਾਉਣਾ ਸੀ ਕਿ ਜੇ ਕਦੇ ਕੁਝ ਮੰਗਣ ਦੀ ਲੋੜ ਬਣੇ ਤਾਂ ਸਿਰਫ ਪਰਮਾਤਮਾ ਕੋਲੋਂ ਹੀ ਮੰਗੋ। ਪਰ ਪ੍ਰਭੂ ਦੇ ਕੋਲੋਂ ਵੀ ਜੇ ਕੋਈ ਮੰਗ ਪੂਰੀ ਕਰਵਾਉਣੀ ਚਾਹੁੰਦੇ ਹੋ ਤਾਂ ਗੁਰੂ ਦੀ ਮੱਤ ਅਨੁਸਾਰ ਜੀਵਨ ਢਾਲ ਕੇ ਪ੍ਰਭੂ ਨਾਲ ਪਹਿਲਾਂ ਡੂੰਘੀ ਸਾਂਝ ਬਣਾਓ। ਕਿਸੇ ਮਨੁੱਖ ਕੋਲੋਂ ਮੰਗਣ ਤੋਂ ਵਰਜਿਆ ਹੈ। ਗੁਰਦੇਵ ਜੀ ਦਾ ਫਰਮਾਨ ਹੈ, ਹਉ ਮੰਗੋ ਆਨ ਲਜਾਵੋ। ਪੰਨਾ 401। ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਕੋਲੋਂ ਮੰਗਣ ਦੀ ਵਿਚਾਰ ਨਾਲ ਹੀ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ। ਤਿਆਗ ਮੂਰਤੀ ਪੰਚਮ ਪਾਤਸ਼ਾਹ ਜੀ ਦਾ
ਅਜਿਹਾ ਹੀ ਹੋਰ ਸ਼ਬਦ, ਵਾਰ ਵਾਰੂ ਅਨਕ ਡਾਰੂ, ਸੁਖ ਪ੍ਰੇ ਸੁਹਾਗ ਪਲਕ ਰਾਤ ਰਹਾਉ। ਕਨਕ ਮੰਦਰ ਪਾਟ ਸੇਜ ਸਖੀ, ਮੁਹਿ ਨਾਹੇ ਇਨ ਸਿਉ ਤਾਤ। ਮੁਕਤ ਲਾਲ ਅਨਕ ਭੋਗ, ਬਿਨ ਨਾਮ ਨਾਨਕ ਹਾਥ। ਰੋਖੋ ਭੋਜਨ ਭੂਮ ਸੈਨ, ਸਖੀ ਪ੍ਰੇ ਸੰਗ ਸੂਖ ਬਿਹਾਤ। ਪੰਨਾ 1306। ਅਰਥ, ਹੈ ਸਖੀ, ਪ੍ਰਤਵਰਤਾ ਇਸਤਰੀ ਵਾਂਗ ਮੈਂ ਪਿਆਰੇ ਪ੍ਰਭੂ ਪਤੀ ਦੇ ਸੁਹਾਗ ਦੀ ਰਾਤ ਦੇ ਸੁੱਖ ਤੋਂ ਹੋਰ ਅਨੇਕਾਂ ਸੁੱਖ ਵਾਰਦੀ ਹਾਂ, ਸਦਕੇ ਕਰਦੀ ਹਾਂ। ਰਹਾਉ। ਹੇ ਸਹੇਲੀਏ, ਸੋਨੇ ਦੇ ਮਹਿਲ ਅਤੇ ਰੇਸ਼ਮੀ ਕੱਪੜਿਆਂ ਦੀ ਸੇਜ, ਇਹਨਾਂ ਨਾਲ ਮੈਨੂੰ ਕੋਈ ਲਗਨ ਨਹੀਂ। ਹੇ ਨਾਨਕ, ਮੋਤੀ ਹੀਰੇ ਮਾਇਕ ਪਦਾਰਥਾਂ ਦੇ ਅਨੇਕਾਂ ਭੋਗ ਪਰਮਾਤਮਾ ਦੇ ਨਾਮ ਤੋਂ ਬਿਨਾਂ ਆਤਮਕ ਮੌਤ ਦਾ ਕਾਰਨ ਹਨ। ਇਸ ਵਾਸਤੇ ਹੇ ਸਹੇਲੀ, ਰੁੱਖੀ ਰੋਟੀ ਖਾਣੀ ਅਤੇ ਭੁੰਜੇ ਸੌਣਾ ਚੰਗਾ ਹੈ, ਕਿਉਂਕਿ ਪਿਆਰੇ ਪ੍ਰਭੂ ਦੀ ਸੰਗਤ ਵਿੱਚ ਜ਼ਿੰਦਗੀ ਸੁੱਖ ਵਿੱਚ ਬੀਤਦੀ ਹੈ। ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲਾ ਗੁਰਸਿੱਖ ਜਾਣਦਾ ਹੈ ਕਿ ਪੰਚਮ ਪਾਤਸ਼ਾਹ ਜੀ ਨੇ ਕਿਸੇ ਮਨੁੱਖ ਤੋਂ ਕੋਈ ਮੰਗ ਕਰਨ ਤੋਂ ਵਰਜ ਕੇ ਸਮਝਾਇਆ ਹੈ ਕਿ ਦਾਤਾਂ ਦੇਣ ਵਾਲਾ ਕੇਵਲ ਇੱਕੋ ਭਗਵਾਨ ਹੀ ਹੈ। ਸਿਰਫ ਉਸ ਦੇ ਦਿੱਤਿਆਂ ਹੀ ਮਨੁੱਖ ਰੱਜ ਸਕਦਾ ਹੈ ਅਥਵਾ ਮਨੁੱਖ ਨੂੰ ਸੰਤੋਖ ਆ ਸਕਦਾ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਜਿਸ ਕੈ ਦੀਐ ਰਹੇ ਆਗਾਏ, ਬਹੁ ਨ ਤ੍ਰਿਸ਼ਨਾ ਲਾਗੇ ਆਏ। ਪੰਨਾ 281। ਗੁਰੂ ਨਾਨਕ ਪਾਤਸ਼ਾਹ ਨੇ ਪਰਮਾਤਮਾ ਨੂੰ ਹੀ ਜਜਮਾਨ ਮੰਨ ਕੇ ਉਸ ਕੋਲੋਂ ਮੰਗਣ ਦੀ ਜਾਚ ਇਸ ਸ਼ਬਦ ਵਿੱਚ ਦੱਸੀ ਹੈ। ਗੁਰ ਪ੍ਰਸਾਦੀ ਵਿਦਿਆ ਵਿਚਾਰੈ, ਪੜ੍ਹ ਪੜ੍ਹ ਪਾਵੈ ਮਾਨ। ਆਪਾ ਮਧੇ ਆਪ ਪ੍ਰਗਾਸਿਆ, ਪਾਇਆ ਅੰਮ੍ਰਿਤ ਨਾਮ। ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹੋਂ ਤੈ ਪੈ ਮੰਗੋ। ਦੇਹੁ ਆਪਣਾ ਨਾਮ। ਰਹਾਉ। ਪੰਚ ਤਸਕਰ ਧਾਵਤ ਰਾਖੇ, ਚੁਕਾ ਮਨ ਅਭਿਮਾਨ। ਦਿਸ਼ਟ ਬਿਕਾਰੀ ਦੁਰਮਤ ਭਾਗੀ, ਐਸਾ ਬ੍ਰਹਮ ਗਿਆਨ। ਜਤ ਸਤ ਚਾਵਲ ਦਇਆ ਕਣਕ, ਕਰ ਪ੍ਰਾਪਤ ਪਾਤੀ ਧਾਨ। ਦੂਧ ਕਰਮ ਸੰਤੋਖ ਕੀਓ ਕਰ, ਐਸਾ ਮੰਗੋ ਦਾਨ। ਖਿਮਾ ਧੀਰਜ ਕਰ ਗਊ ਲਵੇਰੀ, ਸਹਜੇ ਬਸ਼ਰਾ ਖੀਰ ਪੀਐ। ਸਿਫਤ ਸ਼ਰਮ ਕਾ ਕੱਪੜਾ ਮੰਗੋ, ਹਰ ਗੁਣ ਨਾਨਕ ਰਵਤ ਰਹੇ। ਪੰਨਾ 1329। ਅਰਥ, ਹੈ ਕਰਤਾਰ, ਤੂੰ ਮੇਰਾ ਦਾਤਾ ਹੈ, ਮੈਂ ਤੇਰੇ ਪਾਸੋਂ ਇੱਕ ਦਾਨ ਮੰਗਦਾ ਹਾਂ, ਮੈਨੂੰ ਆਪਣਾ ਨਾਮ ਬਖਸ਼। ਰਹਾਉ। ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਸਿਮਰਨ ਦੀ ਵਿਦਿਆ ਵਿਚਾਰਦਾ ਹੈ, ਸਿੱਖਦਾ ਹੈ, ਉਹ ਇਸ ਵਿਦਿਆ ਨੂੰ ਪੜ੍ਹ ਪੜ੍ਹ ਕੇ ਜਗਤ ਵਿੱਚ ਆਦਰ ਹਾਸਲ ਕਰਦਾ ਹੈ। ਉਸ ਦੇ ਅੰਦਰ ਹੀ ਉਸ ਦਾ ਆਪਣਾ ਆਪ ਚਮਕ ਪੈਂਦਾ ਹੈ, ਉਸ ਦਾ ਆਤਮਿਕ ਜੀਵਨ ਰੌਸ਼ਨ ਹੋ ਜਾਂਦਾ ਹੈ, ਉਸ ਦੇ ਮਨ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਉਸ ਮਨੁੱਖ ਨੂੰ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਮਿਲ ਜਾਂਦਾ ਹੈ। ਸਿਮਰਨ ਦੀ ਰਾਹੀਂ ਪਰਮਾਤਮਾ ਨਾਲ ਪਾਈ ਹੋਈ ਡੂੰਘੀ ਸਾਂਝ ਐਸੀ ਬਰਕਤ ਵਾਲੀ ਹੈ ਕਿ ਵਿਕਾਰਾਂ ਵੱਲ ਦੌੜਦੇ ਪੰਜੇ ਗਿਆਨ ਇੰਦਰੀ ਰੋਕ ਲਈਦੇ ਹਨ। ਮਨ ਵਿੱਚ ਟਿਕਿਆ ਹੋਇਆ ਹੰਕਾਰ ਦੂਰ ਹੋ ਜਾਂਦਾ ਹੈ। ਵਿਕਾਰਾਂ ਵਾਲੀ ਨਿਗਾਹ 'ਤੇ ਖੋਟੀ ਮੱਤ ਮੁੱਕ ਜਾਂਦੀ ਹੈ। ਬ੍ਰਾਹਮਣ ਆਪਣੇ ਜਜਮਾਨ ਪਾਸੋਂ ਚਾਵਲ, ਕਣਕ, ਧਨ, ਦੁੱਧ, ਘਿਓ ਆਦਿਕ ਸਾਰੇ ਪਦਾਰਥ ਮੰਗਦਾ ਤੇ ਲੈਂਦਾ ਹੈ। ਹੇ ਪ੍ਰਭੂ, ਤੂੰ ਮੇਰਾ ਜਜਮਾਨ ਹੈ, ਮੈਂ ਤੇਰੇ ਨਾਮ ਦਾ ਜਗ ਰਚਾਇਆ ਹੋਇਆ ਹੈ। ਮੈਂ ਤੈਥੋਂ ਇਹੋ ਜਿਹਾ ਦਾਨ ਮੰਗਦਾ ਹਾਂ ਕਿ ਮੈਨੂੰ ਚਾਵਲਾਂ ਦੀ ਥਾਂ ਜਤ ਸਤ ਦੇ, ਮੈਨੂੰ ਸੱਚਾ ਆਚਰਨ ਦੇ ਕਿ ਮੈਂ ਗਿਆਨ ਇੰਦਰੀਆਂ ਨੂੰ ਮੰਦੇ ਪਾਸੇ ਵੱਲੋਂ ਰੋਕ ਸਕਾਂ। ਕਣਕ ਦੀ ਥਾਂ ਮੇਰੇ ਹਿਰਦੇ ਵਿੱਚ ਦਇਆ ਪੈਦਾ ਕਰ। ਮੈਨੂੰ ਇਹ ਧਨ ਦੇ ਕਿ ਮੈਂ ਤੇਰੇ ਚਰਨਾਂ ਵਿੱਚ ਜੁੜਨ ਦੀ ਯੋਗਤਾ ਵਾਲਾ ਹੋ ਜਾਵਾਂ। ਮੈਨੂੰ ਸ਼ੁਭ ਕਰਮ ਕਰਨ ਦੀ ਸਮਰੱਥਾ ਬਖਸ਼, ਸੰਤੋਖ ਬਖਸ਼। ਇਹ ਹਨ ਮੇਰੇ ਵਾਸਤੇ ਦੁੱਧ ਤੇ ਘਿਓ। ਹੇ ਪ੍ਰਭੂ, ਮੇਰੇ ਅੰਦਰ ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਵ ਤੇ ਜਿਗਰਾ ਪੈਦਾ ਕਰ। ਇਹ ਹੈ ਮੇਰੇ ਲਈ ਲਵੇਰੀ ਗਾਂ, ਤਾਂ ਕਿ ਮੇਰਾ ਮਨ ਵੱਛਾ ਸ਼ਾਂਤ ਅਵਸਥਾ ਵਿੱਚ ਟਿਕ ਕੇ ਇਹ ਸ਼ਾਂਤੀ ਦਾ ਦੁੱਧ ਪੀ ਸਕੇ। ਮੈਂ ਤੇਥੋਂ ਤੇਰੀ ਸਿਫਤ ਸਲਾਹ ਕਰਨ ਦਾ ਉਦਮ ਦਾ ਕੱਪੜਾ ਮੰਗਦਾ ਹਾਂ, ਤਾਂ ਕਿ ਮੇਰਾ ਮਨ ਸਦਾ ਤੇਰੇ ਗੁਣ ਗਾਉਂਦਾ ਰਹੇ। ਪੰਚਮ ਪਾਤਸ਼ਾਹ ਜੀ ਦਾ ਇਹ ਫਰਮਾਨ, ਝੂਠੋ ਮਾਇਆ ਕੋ ਮਦ ਮਾਨ। ਧਰੋ ਮੋਹ ਦੂਰ ਕਰ ਬਪੁਰੇ, ਸੰਗ ਗੋਪਾਲੈ ਜਾਨ। ਰਹਾਉ। ਮਿਥਿਆ ਰਾਜ ਜੋਬਨ ਅਰ ਉਮਰੇ, ਮੀਰ ਮਲਕ ਅਰ ਖਾਨ।
ਮਿਥਿਆ ਕਾਪਰ ਸੁਗੰਧ ਚਤੁਰਾਈ, ਮਿਥਿਆ ਭੋਜਨ ਪਾਨ, ਦੀਨ ਬੰਦਰੋ ਦਾਸ ਦਾਸਰੋ, ਸੰਤਾਂ ਕੀ ਸਾਰਾਨ, ਮੰਗਨ ਮੰਗੋਂ ਹੋਏ ਅਚਿੰਤਾ, ਮਿਲ ਨਾਨਕ ਕੇ ਹਰ ਪ੍ਰਾਣ। ਪੰਨਾ 1215। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦੂਜਾ। ਲੇਖਕ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ। ਤੀਜੇ ਕਾਂਡ ਦਾ 9ਵਾਂ, 10ਵਾਂ ਅਤੇ 11ਵਾਂ ਭਾਗ। ਆਵਾਜ਼ ਗੁਰਚੰਦ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।